ਕੰਮ ਹੈਗੇ ਆ ਡੋਡੈਸ਼, ਉਬਰ, ਐਟਸੀ, ਸ਼ੋਪੀਫਾਈ, ਫ੍ਰੀਲਾਂਸਿੰਗ, ਸਕਿਪ ਦਾ ਡਿਸ਼ਿਜ਼। ਕਿਸ ਪੁਆਇੰਟ ਤੇ CRA ਇਸ ਨੂੰ ਟੈਕਸੇਬਲ ਇਨਕਮ ਪੁਆਇੰਟ ਕਰ ਸਕਦਾ ਹੈ? ਇਹ ਡਿਪੈਂਡ ਕਰਦਾ ਤੁਸੀਂ ਕੀਤਾ ਕੀ ਹੈ। ਤੁਸੀਂ ਸਾਲ 'ਚ ਸ਼ਾਇਦ ਇੱਕ ਵਾਰੀ ਉਬਰ ਚਲਾਈ ਹੋਏਗੀ, ਹਾਂਜੀ ਸਾਲ 'ਚ ਤੁਸੀਂ ਇੱਕ ਵਾਰੀ ਤੁਸੀਂ ਕੋਈ ਪੁਰਾਣੀ ਕਾਰ ਖਰੀਦ ਲਈ ਤੇ ਤੁਸੀਂ ਕਾਰ ਵੇਚ ਦਿੱਤੀ। ਜੀ। ਕੁਐਸਚਨ ਇਹ ਆਉਂਦਾ ਹੈਗਾ ਵਾ ਕਿ ਤੁਸੀਂ ਉਹਨੂੰ ਕਿੰਨੀ ਕੁ ਰੂਟੀਨ ਦੇ ਵਿੱਚ ਕਰ ਰਹੇ ਹੋ, ਕਿੰਨਾ ਉਹਨੂੰ ਤੁਸੀਂ ਉਹਨੂੰ ਆਪਣੇ ਮੋਟਿਵ ਨਾਲ ਕੀ ਕਰ ਰਹੇ ਹੋ। ਥੋੜ੍ਹੇ ਜਿਹੇ ਪੈਸੇ ਹੀ ਆ, $700-800 ਹੀ ਬਣਾਇਆ ਮਹੀਨੇ ਦਾ ਅਸੀਂ। ਇਹ ਤਾਂ ਕੋਈ ਬਹੁਤ ਜ਼ਿਆਦਾ ਨਹੀਂ ਹੈ ਕਿ ਸਟਿਲ ਆਈ ਨੀਡ ਟੂ ਰਿਪੋਰਟ। ਹੋ ਸਕਦਾ ਵਾ ਸ਼ਾਇਦ ਡਾਲਰ ਉੱਪਰ ਵੀ ਆ ਗਿਆ ਹੋਏਗਾ, ਮੈਂ ਨਹੀਂ ਕਹਿੰਦਾ, ਪੋਸੀਬਲ ਹੈਗਾ। ਹਾਂਜੀ ਹਾਂਜੀ। ਉਹਦਾ ਮੋਟਿਵ ਮੇਰਾ ਇਨਕਮ ਬਣਾਉਣ ਦਾ ਨਹੀਂ ਸੀਗਾ, ਮੇਰਾ ਮੋਟਿਵ ਸੀ ਮੈਨੂੰ ਸ਼ੌਂਕ ਹੈ ਸਾਗ ਬਣਾਉਣ ਦਾ। ਜੀ ਜੀ ਜੀ। ਸ਼ੌਂਕ ਦਾ ਟੈਕਸ ਨਹੀਂ ਲੱਗਦਾ ਜੀ। ਸ਼ੌਕ ਤੇ ਟੈਕਸ ਨਹੀਂ ਲੱਗਦਾ ਹੈ। ਦੈਟਸ ਨਾਈਸ। ਬੜੀ ਫਾਈਨ ਲਾਈਨ ਹੈ ਜੀ। ਬੜੀ ਮੈਂ ਉਹੀ ਗੱਲ ਕਰਦਾ, ਬੜੀ ਬਾਰੀਕ ਲਾਈਨ ਹੈਗੀ ਹੈ। ਯਾ ਵੈਰੀ ਫਾਈਨ ਲਾਈਨ ਹੈ। ਤੇ ਜਿਹੜੀ ਬਿਗੈਸਟ ਮਿਸਕਨਸੈਪਸ਼ਨ ਹੈਗੀ ਆ ਜੀ ਟੈਕਸਿਸ ਨੂੰ ਲੈ ਕੇ, ਸਾਈਡ ਗਿਗਸ ਨੂੰ ਲੈ ਕੇ, ਉਹ ਕੀ ਹੋ ਸਕਦੀ ਹੈ? ਸੋ ਬਿਗੇਸਟ ਮਿਸਕਨਸੈਪਸ਼ਨ ਇਹੀ ਹੈਗੀ ਹੈ ਕਿ ਇਹ ਤਾਂ ਮੈਂ ਪਰਸਨਲ ਕੰਮ ਕਰਦਾ ਪਿਆ ਵਾਂ, ਇਹਦੇ ਤੇ ਮੇਰਾ ਕੋਈ ਟੈਕਸ ਨਹੀਂ ਲੱਗਣਾ ਚਾਹੀਦਾ ਹੈਗਾ। ਜਾਂ ਫਿਰ ਆ ਰਿਹਾ ਕੈਸ਼ ਆ ਰਿਹਾ ਹੈ, ਕੈਸ਼ ਤੇ ਆਇਆ ਵਾ, ਇਹ ਤੇ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਹੈਗਾ। ਇਹ ਤਾਂ ਮੈਂ ਸਾਈਡ ਦੇ ਉੱਤੇ 2 ਮਿੰਟ ਸ਼ਾਮ ਨੂੰ ਮੈਂ ਇੱਕ ਚੀਜ਼ ਕਰ ਦਿੱਤੀ, ਵੇਚ ਦਿੱਤੀ, ਮੈਨੂੰ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਹੈਗਾ। ਨੋ, ਇਹ ਮਿਸਕਨਸੈਪਸ਼ਨਸ ਨੇ ਸਾਰੀਆਂ। But sometimes they give me cash, but sometimes they e-transfer from their business account. I don't work too much, but still I do need to open business account for the tax purposes. ਅਗਰ 4 ਕੁਆਟਰ ਦੇ ਵਿੱਚ ਤੁਹਾਡੀ ਟੋਟਲ ਰੈਵਨਿਊ ਮੀਨਸ ਗ੍ਰੋਸ ਇਨਕਮ ਜੋ ਤੁਸੀਂ ਇਕੱਠਾ ਕੀਤਾ ਹੈਗਾ, ਨੋਟ ਖਰਚੇ ਕੱਢ ਕੇ ਨਹੀਂ, ਗ੍ਰੋਸ, ਅਗਰ ਉਹ ਕ੍ਰੋਸ ਕਰ ਜਾਂਦਾ ਵੈ, ਤੁਹਾਨੂੰ GST ਨੰਬਰ ਲੈਣਾ ਜੀ ਕੰਪਲਸਰੀ ਹੈ। ਸੋ ਪਲੀਜ਼ ਜਰਾ ਹੁਣ ਥੋੜਾ ਜਿਹਾ ਖਿਆਲ ਰੱਖੋ ਕਿ ਜਿਹੜੇ ਸਾਲ ਦੇ ਵਿੱਚ ਇੱਕ ਵਾਰੀ ਪੈਸੇ ਕਮਾਏ ਨੇ ਇਹਨਾਂ ਨੂੰ ਭੁੱਲੋ ਨਾ, ਕਿਉਂਕਿ ਪੈਨਲਟੀਜ਼ ਬਹੁਤ ਲਾਰਜ ਹੈ ਜੀ। ਜੀ। ਸੋ ਉਸ $100 ਦੇ ਉੱਤੇ ਸ਼ਾਇਦ ਟੈਕਸ ਤੁਹਾਨੂੰ $10 ਹੀ ਪਵੇਗਾ, ਲੇਕਿਨ ਪੈਨਲਟੀਜ਼ $50 ਦੀ ਪੈ ਜਾਂਦੀ। ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਅੱਜ ਮਹਿਮਾਨ ਸੁਰੇਸ਼ ਮਦਾਨ ਜੀ ਪਹੁੰਚ ਚੁੱਕੇ ਨੇ। ਜਿਵੇਂ ਕਿ ਮੈਂ ਸਵੇਰੇ ਵੀ ਆਪ ਜੀ ਨੂੰ ਦੱਸਿਆ ਸੀ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੀ ਆਮਦਨੀ ਨੂੰ ਵਧਾਉਣ ਵਾਸਤੇ ਬਹੁਤ ਸਾਈਡ 'ਤੇ ਛੋਟੇ ਕੰਮ ਕਰਦੇ ਨੇ ਤਾਂ ਕਿ ਉਹਨਾਂ ਨੂੰ ਕੋਈ ਸਾਈਡ ਇਨਕਮ ਹੋ ਸਕੇ। ਉਹ ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਆਪਣੇ ਖਰਚੇ ਸੁਖਿਆਈ ਨਾਲ ਚਲਾ ਸਕਣ। ਇਹਦੇ ਵਾਸਤੇ ਡੋਡੈਸ਼, ਸਕਿਪ ਦਾ ਡਿਸ਼ਿਜ਼, ਉਬਰ, ਐਟਸੀ, ਸ਼ੋਪੀਫਾਈ, ਫ੍ਰੀਲਾਂਸਿੰਗ, ਛੋਟੇ ਬਹੁਤ ਸਾਰੇ ਕੰਮ ਕਰਦੇ ਨੇ ਅਤੇ ਤਾਂ ਕਿ ਉਹਨਾਂ ਦੀ ਇਨਕਮ ਵੱਧ ਜਾਏ। ਅਤੇ ਅੱਜ ਅਸੀਂ ਰਿਕੁਐਸਟ ਕੀਤੀ ਹੈ ਸੁਰੇਸ਼ ਮਦਾਨ ਜੀ ਨੂੰ, ਜਿਹੜੇ ਫਾਈਨਾਂਸ ਦੇ ਮਾਹਿਰ ਨੇ, ਟੈਕਸਿਸ ਦੇ ਮਾਹਿਰ ਨੇ, ਅਤੇ ਅਕਸਰ ਤੁਸੀਂ ਉਹਨਾਂ ਦੇ ਨਾਲ ਹੁੰਦੀ ਗੱਲਬਾਤ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਵੀ ਹਾਸਲ ਕਰਦੇ ਹੋ। ਅਤੇ ਅੱਜ ਅਸੀਂ ਇਹ ਪੁੱਛਾਂਗੇ ਕਿ ਜਿਹੜੀ ਅਸੀਂ ਇਹ ਸਾਈਡ ਇਨਕਮ ਜਿਹੜੀ ਅਸੀਂ ਸਾਈਡ ਬਿਜ਼ਨਸ ਤੋਂ ਹਾਸਲ ਕਰਦੇ ਹਾਂ, ਉਹਨਾਂ ਨੂੰ ਲੈ ਕੇ ਟੈਕਸਿਸ ਬਾਰੇ ਸਾਡਾ ਕੀ ਫੈਸਲਾ ਹੋਣਾ ਚਾਹੀਦਾ ਹੈ। ਮਦਾਨ ਸਾਹਿਬ, ਤੁਹਾਡਾ ਬਹੁਤ ਸਵਾਗਤ ਜੀ। ਆਇਆਂ ਨੂੰ ਵੈਰੀ ਗੁੱਡ ਮਾਰਨਿੰਗ ਜੀ। ਥੈਂਕ ਯੂ ਰਿਸ਼ੀ ਜੀ, ਥੈਂਕ ਯੂ ਫॉर ਹੈਵਿੰਗ ਮੀ ਜੀ। ਜੀ ਬਹੁਤ ਸ਼ੁਕਰੀਆ। ਸੋ ਸਰ, ਇਹ ਜਿਹੜੇ ਕੰਮ ਹੈਗੇ ਆ ਡੋਡੈਸ਼, ਉਬਰ, ਐਟਸੀ, ਸ਼ੋਪੀਫਾਈ, ਫ੍ਰੀਲਾਂਸਿੰਗ, ਸਕਿਪ ਦਾ ਡਿਸ਼ਿਜ਼, ਕਿਸ ਪੁਆਇੰਟ 'ਤੇ CRA ਇਸ ਨੂੰ ਟੈਕਸੇਬਲ ਇਨਕਮ ਪੁਆਇੰਟ ਕਰ ਸਕਦਾ ਹੈ ਜਾਂ ਹੋਣਾ ਚਾਹੀਦਾ ਹੈ? ਰਿਸ਼ੀ ਜੀ, ਗੁੱਡ ਟੌਪਿਕ। ਆਪਾਂ ਵਿਹਲੇ ਹੋ ਚੁੱਕੇ ਹਾਂ ਹੁਣ ਟੈਕਸਿਸ ਤੋਂ ਥੋੜ੍ਹੇ ਜਿਹੇ ਕਰਕੇ ਸਾਹ ਆ ਗਿਆ ਹੈਗਾ ਵੈ, ਤੇ ਸ਼ਾਇਦ ਉਹ ਸੋਚਣ ਦਾ ਟਾਈਮ ਆ ਗਿਆ ਹੁਣ ਤਾਂ ਨਾ। ਉਹ ਸੀਗਾ ਕਿ ਚਲੋ ਭਰੋ ਟੈਕਸ ਰਿਟਰਨ ਭਰੋ ਜੀ, ਦਿਨ ਬੜੇ ਥੋੜ੍ਹੇ ਨੇ, ਫਟਾਫਟ ਕਰ ਦਿਓ ਜੀ। ਤੇ ਹੁਣ ਟਾਈਮ ਆ ਗਿਆ ਕਿ ਸੋਚੀਏ ਕਿ ਕੀਤਾ ਕੀ ਸੀ, ਕੀ ਰਹਿ ਕੇ ਗਿਆ, ਕੁਛ ਰਹਿ ਨਾ ਗਿਆ ਹੋਵੇ ਨਾ। ਸਹੀ। ਤਾਂ ਇਹ ਜਿਹੜਾ ਟੌਪਿਕ ਆਪਾਂ ਪਿਕ ਕੀਤਾ ਵੈ ਕਿ ਜਿਹਦੇ 'ਚ ਸਾਈਡ ਗਿਗ ਜਿਹਨੂੰ ਆਪਾਂ ਕਹਿ ਦਿੱਤੀ ਕਿ ਹਾਂਜੀ ਜੋ ਮੇਨ ਆਪਾਂ ਕੰਮ ਕਰਦੇ ਹਾਂ ਉਸ ਤੋਂ ਇਲਾਵਾ ਕੋਈ ਨਿੱਕੀ ਥੋੜ੍ਹੀ ਹੋਰ ਇਨਕਮ ਬਣ ਜਾਏ, ਖਰਚੇ ਬਹੁਤ ਨੇ। ਤੁਸੀਂ ਕਹਿ ਰਹੇ ਹੋ ਉਬਰ ਹੋ ਗਈ, ਸਕਿਪ ਦਾ ਡਿਸ਼ਿਜ਼ ਹੋ ਗਈ ਜੀ, ਇਹਦਾ ਤਾਂ ਈਵਨ ਐਕਸਟੈਂਸ਼ਨ ਇਹ ਆ ਜਾਂਦੀ ਕਿ ਸਪੋਜ਼ ਕਰੋ ਕਿ ਤੁਸੀਂ ਘਰੋਂ ਕੁਛ ਖਾਣਾ ਬਣਾ ਕੇ ਵੀ ਵੇਚਦੇ ਪਏ ਹੋ, ਜਾਂ ਤੁਸੀਂ ਗਰਾਜ ਸੇਲ ਲਗਾ ਦਿੱਤੀ ਹੈਗੀ ਹੈ, ਜਾਂ ਤੁਸੀਂ ਕੋਈ ਆਪਣਾ ਹੋਰ ਹੀ ਇੱਦਾਂ ਸ਼ੌਂਕ ਦੇ ਨਾਲ ਕੁਛ ਫੋਟੋਗ੍ਰਾਫੀ ਵੇਚਣੀ ਸ਼ੁਰੂ ਕਰ ਦਿੱਤੀ ਹੈ। ਜੀ। ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਆਪਸ਼ਨ ਆ ਗਈਆਂ ਜੀ। ਹਾਂਜੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਗਰ ਅਸੀਂ ਇੱਕ ਵਰਡ ਕਹੀਏ ਇਨਕਮ, ਤੇ ਉਹ ਅਗਰ CRA ਦੀ ਗੱਲ ਕਰੀਏ ਤਾਂ ਉਹ ਟੈਕਸੇਬਲ ਹੈ, ਟੈਕਸ ਪੇ ਕਰਨਾ ਪਏਗਾ। ਅਫਕੋਰਸ ਆਪਾਂ ਉਹਨੂੰ ਉਹਦੀ ਇੱਕ ਕੁਆਲੀਫਿਕੇਸ਼ਨ ਕਰਾਂਗੇ ਕਿ ਹਾਂਜੀ ਕਿਹੜੀ ਚੀਜ਼ 'ਤੇ ਟੈਕਸ ਲੱਗਦਾ ਅਤੇ ਕਿਹੜੀ 'ਤੇ ਨਹੀਂ ਲੱਗਦਾ। ਲੇਕਿਨ ਅਗਰ ਤੁਸੀਂ CRA ਵੱਲੋਂ ਆਪਾਂ ਸੋਚੀਏ ਤਾਂ ਹਾਂਜੀ ਇਹ ਸਾਈਡ ਜਿਹੜੀਆਂ ਗਿਗਸ ਹੈਗੀਆਂ ਮੈਂ ਇਹ ਸਾਰੀਆਂ ਟੈਕਸੇਬਲ ਹੈ ਜੀ, ਇਹਨਾਂ ਦੇ ਟੈਕਸ ਬਣਦਾ ਹੈ, ਇਹਨਾਂ ਦੇ ਟੈਕਸ ਬਣਦਾ। ਸੋ ਕਈ ਵਾਰੀ ਹੁੰਦਾ, ਹੁਣ ਮੇਰੇ ਵਰਗਾ ਜਦੋਂ ਮੈਂ ਆਪਣੀ ਗੱਲ ਹੀ ਕਰਦਾ, ਮੈਂ ਕਈ ਵਾਰੀ ਟਰਾਂਸਲੇਸ਼ਨ ਕਰਦਾ, ਕੋਈ ਕੋਰਟ ਦਾ ਪੇਪਰ ਆ ਗਿਆ, ਕੋਈ ਵਕੀਲ ਦਾ ਨੋਟਿਸ ਆ ਗਿਆ, ਉਹਨਾਂ ਨੂੰ ਟਰਾਂਸਲੇਸ਼ਨ ਚਾਹੀਦੀ ਹੈ, ਅਤੇ ਪੇਮੈਂਟ ਤਾਂ ਚੈੱਕ ਨਾਲ ਹੀ ਕਰਦੇ ਆ ਉਹ।
ਪਰ ਉਹਦੇ ਵਿੱਚ GST ਵੀ ਨਹੀਂ ਹੁੰਦੀ ਤੇ ਮੈਂ ਟੈਕਸ ਵੀ ਨਹੀਂ ਪੇ ਕਰਦਾ ਉਹਦਾ। ਸੋ ਕੀ ਇਹ ਜਿਹੜੀ ਆ ਮੇਰੀ ਇਹ ਇਨਕਮ ਆ, ਕੀ ਇਹ ਟੈਕਸੇਬਲ ਇਨਕਮ ਦੇ ਵਿੱਚ ਗਿਣੀ ਜਾਂਦੀ ਆ, ਗਿਣੀ ਜਾਣੀ ਚਾਹੀਦੀ ਆ? ਮੈਨੂੰ ਕੀ ਕਰਨਾ ਚਾਹੀਦਾ? ਸੋ ਮੋਮੈਂਟ ਆਪਾਂ ਨਾ ਜਦੋਂ ਸਾਈਡ ਕਿਕ ਦੀ ਗੱਲ ਕਰਨੀ ਹੈ, ਪਹਿਲਾਂ ਆਪਾਂ ਉਹ 'ਤੇ ਇੱਕ ਕ੍ਰਾਈਟੀਰੀਆ ਲਗਾਉਣਾ ਹੈ ਕਿ ਇਹ ਮੈਂ ਕਿਹਦੇ ਵਾਸਤੇ ਕਰਦਾ ਪਿਆ ਵਾਂ। ਇੱਕ ਸਾਈਡ ਇਨਕਮ ਬਣਾਉਣ ਵਾਸਤੇ ਕਰ ਰਿਹਾ ਵਾਂ, ਮਤਲਬ ਤੇ ਮੇਰੀ ਐਡੀਸ਼ਨ ਹੋ ਜੇ। ਇੱਕ ਮੈਂ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਂ ਕਿ ਸਾਈਡ ਥੋੜ੍ਹਾ ਜਿਹਾ ਸ਼ੁਰੂ ਕਰਦੇ ਹਾਂ ਤੇ ਬਾਅਦ 'ਚੋਂ ਵੱਧ ਜਾਏਗਾ ਜੀ। ਨਹੀਂ ਤਾਂ ਚਲੋ ਟਾਈਮ ਹੈਗਾ ਥੋੜ੍ਹਾ ਜਿਹਾ, ਥੋੜ੍ਹੀ ਸਾਈਡ 'ਤੇ ਹੋਰ ਇਨਕਮ ਬਣ ਜਾਵੇ। ਜਦੋਂ ਵੀ ਆਪਾਂ ਇਹਨੂੰ ਸਾਈਡ 'ਤੇ ਇਨਕਮ ਦੀ ਕੈਟੇਗਰੀ ਦੇਵਾਂਗੇ ਨਾ, ਜਾਂ ਇਹਨੂੰ ਕਹਾਂਗੇ ਕਿ ਹਾਂਜੀ ਮੈਂ ਐਜ਼ ਅ ਬਿਜ਼ਨਸ ਕਰ ਰਿਹਾ ਵਾਂ, ਤਾਂ ਉਹਨੂੰ ਟੈਕਸ ਲੱਗਦਾ ਹੈਗਾ ਵੈ। ਅੱਛਾ ਜੀ। ਸੋ ਉਹ ਹੁਣ ਉਹਦੀ ਪੇਮੈਂਟ ਚੈੱਕ ਵੀ ਹੋ ਸਕਦੀ ਹੈ, ਕੈਸ਼ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਹੈ ਕਿ ਸਭ ਤੋਂ ਵੱਡੀ ਤਾਂ ਮੈਨੂੰ ਇਹੀ ਚੀਜ਼ ਹੁੰਦਾ ਕਿ ਕੈਸ਼ ਆ ਰਿਹਾ ਵਾ ਤਾਂ ਸ਼ਾਇਦ ਉਹਦਾ ਟੈਕਸ ਹੀ ਨਹੀਂ ਪੈਂਦਾ ਹੈਗਾ। ਇਹ ਵੀ ਆਪਾਂ ਮਿਸਕਨਸੈਪਸ਼ਨ ਦੂਰ ਕਰਨਾ ਅੱਜ ਆਪਾਂ। ਲੇਕਿਨ ਉਹਦਾ ਮੈਥਡ ਕੀ ਆ ਰਿਹਾ ਪੇਮੈਂਟ ਦਾ, ਉਹ ਨਹੀਂ ਇੰਪੋਰਟੈਂਟ ਕਰਦਾ। ਮੈਂ ਤਾਂ ਬੜੇ ਸਾਲਾਂ ਪਹਿਲਾਂ ਨਾ, ਸ਼ਾਇਦ ਹਾਲੇ ਵੀ ਇੱਕ ਕਲੱਬ ਹੈਗਾ ਵਾ, ਬਾਰਟਰ ਕਲੱਬ ਹੈਗਾ ਇੱਕ, ਉਹਦਾ ਨਾਮ ਭੁੱਲ ਗਿਆ ਮੈਨੂੰ ਕੀ ਹੈ ਉਹ। ਬਾਰਟਰ ਕੀ ਹੈਗਾ ਕਿ ਮੈਂ ਤੁਹਾਡੇ ਵਾਸਤੇ ਅਕਾਊਂਟਿੰਗ ਦੀ ਸਰਵਿਸ ਤੇ ਦਿੰਦਾ ਵਾ, ਤੁਸੀਂ ਮੇਰੇ ਵਾਸਤੇ ਮੇਰੀ ਪਲੰਬਿੰਗ ਠੀਕ ਕਰ ਦਿਓ। ਓਕੇ। ਉਹ 'ਚ ਤਾਂ ਪੈਸਾ ਵੀ ਨਹੀਂ ਆਇਆ। ਹਾਂਜੀ। ਹੁਣ ਉਹ ਵੀ ਟੈਕਸੇਬਲ ਹੈ ਸ਼ਾਇਦ ਜੀ। ਉਹ ਅਗਰ ਆਪਾਂ ਡੀਪ ਜਾਈਏ ਜੀ ਪਰ ਆਪਾਂ ਬੜਾ ਪਹਿਲਾਂ ਉਹਦਾ ਮੋਟਿਵ ਦੇਖਣਾ ਹੈ ਨਾ ਕਿ ਜੋ ਮੈਂ ਕੰਮ ਕਰਦਾ ਪਿਆ ਵਾਂ ਉਹ ਮੇਰਾ ਇੱਕ ਤਰ੍ਹਾਂ ਦੀ ਸਾਈਡ ਗਿਗ ਹੈਗੀ ਹੈ ਜਾਂ ਮੈਂ ਇਨਕਮ ਵਾਸਤੇ ਕੁਝ ਬਣਾਉਣ ਵਾਸਤੇ ਮੈਂ ਕੀਤਾ ਵੈ। ਉਹਦਾ ਮੈਥਡ ਕੀ ਆਇਆ ਵੈ, ਇਟ ਡਜ਼ਨਟ ਮੈਟਰ ਜੀ। ਨਹੀਂ, ਪਰ ਹੁਣ ਮੈਂ ਇੱਕ ਐਗਜ਼ਾਮਪਲ ਜਿਹੜੀ ਦਿੱਤੀ ਹੈ ਜੀ, ਇਹਨੂੰ ਤੁਸੀਂ ਕਿਸ ਕੈਟੇਗਰੀ 'ਚ ਰੱਖੋਗੇ? ਇਹ ਤਾਂ ਬਹੁਤ ਬਾਰੀਕ ਲਾਈਨ ਹੈ ਮੈਨੂੰ ਲੱਗਦਾ ਹੈ। ਸੋ ਇਹ ਸਾਰੀਆਂ ਲਾਈਨਾਂ ਸੇਮ ਹੀ ਹੈ ਜੀ। ਅਗਰ ਸੋ ਇੱਕ ਆਪਾਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਜਿਹੜੇ ਆਪਣਾ ਨਾ ਫੁੱਲ ਟਾਈਮ ਇਹ ਕਰਦੇ ਪਏ ਨੇ। ਸਪੋਜ਼ ਕੋਈ ਉਬਰ ਚਲਾ ਰਿਹਾ ਵੈ, ਸਾਰਾ ਦਿਨ ਫੋਨ ਚਲਾ ਰਿਹਾ, ਟੈਕਸੀ ਚਲਾ ਰਿਹਾ, ਪੂਰਾ ਦਿਨ ਚਲਾ ਰਿਹਾ, ਸਕ੍ਰਿਪਟ ਡਿਸ਼ਿਸ ਕਰਦਾ ਪਿਆ ਵੈ, ਐਮਾਜ਼ਨ ਡਿਲੀਵਰੀ ਕਰਦਾ ਪਿਆ ਵੈ, ਟਰਾਂਸਲੇਟਰ ਵੀ ਪੂਰਾ ਦਿਨ ਉਹ ਟਰਾਂਸਲੇਸ਼ਨ ਨਹੀਂ ਕਰਦੇ, ਹੋਰ ਕੁਝ ਨਹੀਂ ਕਰਦੇ। ਜੀ। ਅਸੀਂ ਇਹਨੂੰ ਕਰਦੇ ਹਾਂ ਸਾਈਡ ਗਿਗ ਕਿ ਹਾਂਜੀ ਇੱਕ ਸਾਈਡ ਤੇ ਐਕਸਟਰਾ ਕੰਮ ਕੀਤਾ ਹੈਗਾ। ਹਾਂਜੀ। ਕੁਐਸਚਨ ਇਹੀ ਆਉਂਦਾ ਹੈਗਾ ਵੈ ਕਿ ਮੈਂ ਕੀਤਾ ਕਿਉਂ? ਇਹਨੇ ਆਪਣੀ ਇਨਕਮ ਬਣਾਉਣ ਵਾਸਤੇ ਕੀਤਾ। ਹਾਂਜੀ। ਅਸੀਂ ਚਲੋ ਕਹਿੰਦੇ ਮੇਰੀ ਫੁੱਲ ਟਾਈਮ ਜੌਬ ਹੈ 8 ਘੰਟੇ ਦੀ, ਮੈਂ ਕਦੀ ਹਫਤੇ ਦੇ ਵਿੱਚ ਸ਼ਾਇਦ ਵੈ 2 ਘੰਟੇ ਕਰ ਲਿਆ। ਜੀ ਠੀਕ ਹੈ, ਬਿਲਕੁਲ ਠੀਕ ਹੈ। ਉਹ ਤੁਸੀਂ 8 ਘੰਟੇ ਨੂੰ 2 ਘੰਟੇ ਜਿਹੜੇ ਐਡ ਕਰ ਲਵੋ ਤਾਂ ਹਰ ਦਿਨ ਦੇ 8.5 ਘੰਟੇ ਹੋ ਗਏ ਇੱਕ ਤਰ੍ਹਾਂ ਦੇ ਕੰਮ ਦੇ। ਹਾਂਜੀ। ਸੋ ਕੋਈ ਬੰਦਾ 2 ਘੰਟੇ ਦੀਆਂ 4 ਜੌਬ ਕਰਦਾ ਵੈ, ਉਹ ਵੀ ਸੇਮ ਇਨਕਮ ਹੀ ਹੈ ਜੀ। ਚਾਹੇ ਉਹ ਤੁਸੀਂ 2 ਘੰਟੇ ਦੀਆਂ ਸਾਈਡ ਗਿਗ ਕਹਿ ਲਿਓ। ਠੀਕ ਹੈ ਗੱਲ ਜੀ। ਸੋ ਐਟ ਦ ਐਂਡ ਆਫ ਦ ਡੇ ਜੀ, ਜਦੋਂ ਵੀ ਤੁਹਾਡਾ ਮੋਟਿਵ ਇਹ ਹੈਗਾ ਵੈ ਕਿ ਮੈਂ ਕੁਝ ਸਾਈਡ ਦੀ ਇਨਕਮ ਬਣਾਉਣੀ ਹੈ, ਬਿਜ਼ਨਸ ਕਰਨਾ ਵੈ, ਜੀ ਉਹ ਇਨਕਮ ਹੈ ਜੀ। ਉਹ ਇਨਕਮ ਹੈ ਤੇ ਉਹਦੇ ਤੇ ਟੈਕਸ ਲੱਗਣਾ ਹੈ। ਟੈਕਸ ਲੱਗਣਾ ਹੈ। ਦੈਟਸ ਰਾਈਟ। ਅੱਛਾ, ਕਈ ਵਾਰੀ ਇਹ ਕਿਹਾ ਜਾਂਦਾ ਜੀ ਕਿ ਬਹੁਤੇ ਪੈਸੇ ਤਾਂ ਹੁੰਦੇ ਨਹੀਂ ਜੀ, ਬਸ ਐਵੇਂ ਥੋੜ੍ਹੇ ਜਿਹੇ ਪੈਸੇ ਹੀ ਆ, $700-800 ਹੀ ਬਣਾਇਆ ਮਹੀਨੇ ਦਾ ਅਸੀਂ, ਇਹ ਤਾਂ ਕੋਈ ਬਹੁਤ ਜ਼ਿਆਦਾ ਨਹੀਂ ਹੈ ਕਿ ਸਟਿਲ ਆਈ ਨੀਡ ਟੂ ਰਿਪੋਰਟ। ਫਿਰ ਵਾਪਸ ਉੱਥੇ ਆਏਗਾ ਜੀ। ਹੁਣ ਮੈਂ ਥੋੜ੍ਹਾ ਜਿਹਾ ਪਿੱਛੇ ਹੋਰ ਲੈ ਜਾਂਦਾ ਮੈਂ, ਚਲੋ ਥੋੜ੍ਹਾ ਉਹਨਾਂ ਦੀ ਫੇਵਰ 'ਚ ਵੀ ਬੋਲ ਦਿੰਦਾ ਹੈਗਾ ਵਾ ਜੀ। ਤੁਸੀਂ ਆਪਣੀ ਜਿਹੜੀ ਸਾਈਡ ਕੀ ਕਰ ਰਹੇ ਹੋ ਉਹਨੂੰ ਤੁਸੀਂ ਹੁਣ ਡਿਵਾਈਡ ਕਰਨਾ ਕਿ ਤੁਸੀਂ ਹੌਬੀ ਕਰ ਰਹੇ ਹੋ ਜਾਂ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ। ਓਕੇ, ਮੈਂ ਹੋਰ ਐਗਜ਼ਾਮਪਲ ਕਰਦਾ ਜੀ। ਮਤਲਬ ਐਗਜ਼ਾਮਪਲਾਂ ਇੰਨੀਆਂ ਜ਼ਿਆਦਾ ਨਾ ਸਾਈਡ ਕੀ ਦੀਆਂ, ਸ਼ਾਇਦ ਲਿਸਟ ਬਹੁਤ ਲੰਬੀ ਹੈ। ਆਪਾਂ ਜੀ ਆਪਣਾ ਜੈਨੇਸਿਸ ਸੈਂਟਰ ਦੇ ਵਿੱਚ ਇੱਕ ਫੇਅਰ ਲੱਗਾ ਜਿਹਦੇ ਵਿੱਚ ਸਾਰਿਆਂ ਨੇ ਆਪਣੇ ਸਟਾਲ ਲਗਾਏ ਆ ਕੇ। ਹਾਂਜੀ। ਮੈਂ ਆਪਣੇ ਘਰ ਦੇ ਵਿੱਚ ਕਰੋਸ਼ੀਏ ਦਾ ਕੰਮ ਕਰਦੀ ਸੀਗੀ ਤੇ ਮੈਂ ਕਰੋਸ਼ੀਏ ਤੇ ਥੋੜ੍ਹੀ ਜਿਹੀ ਚੀਜ਼ਾਂ ਬਣਾਉਂਦੀ ਸੀਗੀ ਤੇ ਮੈਨੂੰ ਸ਼ੌਂਕ ਆਇਆ, ਮੈਨੂੰ ਸ਼ੌਂਕ ਹੈ ਕਰੋਸ਼ੀਆ ਕਰਨ ਦਾ। ਮੈਂ ਉੱਥੇ ਲੈ ਗਈ ਤੇ ਉੱਥੇ ਜਾ ਕੇ ਮੈਂ ਸਟਾਲ ਲਗਾ ਦਿੱਤਾ। ਹੁਣ ਮੈਂ ਵੇਚਣਾ ਸ਼ੁਰੂ ਕਰ ਦਿੱਤਾ। ਹੁਣ ਉਹ ਵੀ ਸਾਈਡ ਗਿਗ ਹੈਗੀ। ਨਹੀਂ, ਉਹ ਹੌਬੀ ਹੈ ਜੀ। ਉਹ ਹੌਬੀ ਆ। ਹਾਂਜੀ। ਸੋ ਇੱਕ ਹੌਬੀ ਤੋਂ ਅਸੀਂ ਇਨਕਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਆਫ ਕੋਰਸ ਜੀ, ਲੇਕਿਨ ਉਹਦਾ ਮੋਟਿਵ ਮੇਰਾ ਇਨਕਮ ਬਣਾਉਣ ਦਾ ਨਹੀਂ ਸੀਗਾ। ਉਹ ਤਾਂ ਇਹ ਸੀਗਾ ਕਿ ਕੋਈ ਹੌਬੀ ਕਰੋਸ਼ੀਆ ਕਰਦੀ ਹੈ, ਮੈਨੂੰ ਸ਼ੌਂਕ ਬਹੁਤ ਹੈਗਾ। ਮੇਰੇ ਕੋਲ ਉਹ ਆਰਟ ਹੈਗਾ ਤੇ ਮੈਂ ਉਹਨੂੰ ਸ਼ੋਕੇਸ ਕਰਤਾ ਤੇ ਉਹਨੇ ਮੈਨੂੰ ਕੁਝ ਵਾਪਸ ਕਰ ਦਿੱਤਾ। ਘਰ ਦੇ ਵਿੱਚੋਂ ਮੈਂ ਲੇਡੀਜ਼ ਸੀਗੀਆਂ, ਓਲਡ ਲੇਡੀ ਮੇਰੀ ਮੋਮ ਹੈਗੇ ਨੇ, ਘਰ ਬਹਿ ਕੇ ਖਾਣਾ ਬਣਾਉਂਦੇ ਪਏ ਹੈਗੇ ਨੇ ਜੀ। ਉਹਨਾਂ ਨੂੰ ਸ਼ੌਂਕ ਲੱਗਾ ਕਿ ਚੱਲ ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਹੈਗਾ ਵੈ, ਚੱਲ ਮੈਨੂੰ ਕੋਈ $5 ਨਾਲ ਆਪਣਾ ਬਣਾਇਆ $5 ਦੇ ਦਿੱਤਾ। ਠੀਕ ਹੈ। ਕਰਦੇ ਕੀ ਪਏ ਨੇ, ਆਪਣਾ ਖਰਚਾ ਪੂਰਾ ਕਰਦੇ ਪਏ ਨੇ। ਉਹ ਇਨਕਮ ਬਣਾਉਣ ਦਾ ਨਹੀਂ, ਉਹਨਾਂ ਦਾ ਮੋਟਿਵ ਇਨਕਮ ਬਣਾਉਣ ਦਾ ਨਹੀਂ। ਸਪੋਜ਼ ਸਾਗ ਬਣਾਇਆ ਤੇ ਉਹਦੇ ਤੇ ਜਿਹੜਾ ਖਰਚਾ ਹੋਇਆ ਲੈ ਲਿਆ। ਹੋ ਸਕਦਾ ਵਾ ਸ਼ਾਇਦ $1 ਉੱਪਰ ਵੀ ਆ ਗਿਆ ਹੋਏਗਾ, ਮੈਂ ਨਹੀਂ ਕਹਿੰਦਾ, ਪੋਸੀਬਲ ਹੈਗਾ। ਹਾਂਜੀ। ਉਹਦਾ ਮੋਟਿਵ ਮੇਰਾ ਇਨਕਮ ਬਣਾਉਣ ਦਾ ਨਹੀਂ ਸੀਗਾ, ਮੇਰਾ ਮੋਟਿਵ ਸੀ ਮੈਨੂੰ ਸ਼ੌਂਕ ਹੈ ਸਾਗ ਬਣਾਉਣ ਦਾ। ਜੀ। ਸ਼ੌਂਕ ਦਾ ਟੈਕਸ ਨਹੀਂ ਲੱਗਦਾ ਜੀ। ਸ਼ੌਂਕ ਤੇ ਟੈਕਸ ਨਹੀਂ ਲੱਗਦਾ। ਦੈਟਸ ਨਾਈਸ। ਬੜੀ ਫਾਈਨ ਲਾਈਨ ਹੈ ਜੀ। ਬੜੀ, ਮੈਂ ਉਹੀ ਗੱਲ ਕਰਦਾ, ਬੜੀ ਬਾਰੀਕ ਲਾਈਨ ਹੈਗੀ ਹੈ। ਯਾ ਬੜੀ ਫਾਈਨ ਲਾਈਨ ਹੈ। ਤੇ ਜਿਹੜੀ ਬਿਗੈਸਟ ਮਿਸਕਨਸੈਪਸ਼ਨ ਹੈਗੀ ਆ ਜੀ ਟੈਕਸਿਸ ਨੂੰ ਲੈ ਕੇ, ਸਾਈਡ ਗਿਗਸ ਨੂੰ ਲੈ ਕੇ, ਉਹ ਕੀ ਹੋ ਸਕਦੀ ਹੈ? ਸਭ ਤੋਂ ਮੇਨ ਜਿਹੜੀ ਇਹੀ ਹੈ ਜੀ ਕਿ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੈ
ਮੈਂ ਕਦੀ ਇਸ ਮਹੀਨੇ 'ਚ ਇੱਕ ਵਾਰੀ ਕੰਮ ਕਰ ਲਿਆ ਜੀ, $100 ਜੀ। ਆ ਗਏ ਯਾ ਤੇ ਸ਼ਾਇਦ ਮੇਰਾ ਉਹ ਟੈਕਸ ਨਹੀਂ ਲੱਗਣਾ ਚਾਹੀਦਾ। ਜੀ। ਸ਼ਾਇਦ ਮੈਂ ਸਾਲ 'ਚ ਇੱਕ ਵਾਰੀ ਕੀਤਾ ਹੋਏਗਾ, ਹੋ ਸਕਦਾ ਹੈਗਾ। ਬਿਲਕੁਲ ਠੀਕ ਹੈ ਜੀ। ਇਹ ਡਿਪੈਂਡ ਕਰਦਾ ਤੁਸੀਂ ਕੀਤਾ ਕੀ ਹੈ। ਤੁਸੀਂ ਸਾਲ 'ਚ ਸ਼ਾਇਦ ਇੱਕ ਵਾਰੀ ਉਬਰ ਚਲਾਈ ਹੋਏਗੀ, ਹਾਂਜੀ ਸਾਲ 'ਚ ਸ਼ਾਇਦ ਤੁਸੀਂ ਇੱਕ ਵਾਰੀ ਤੁਸੀਂ ਕੋਈ ਪੁਰਾਣੀ ਕਾਰ ਖਰੀਦ ਲਈ ਤੇ ਮੈਂ ਕਾਰ ਵੇਚ ਦਿੱਤੀ। ਜੀ। ਕੁਐਸਚਨ ਇਹ ਆਉਂਦਾ ਹੈਗਾ ਵਾ ਕਿ ਤੁਸੀਂ ਉਹਨੂੰ ਕਿੰਨੀ ਕੁ ਰੂਟੀਨ ਦੇ ਵਿੱਚ ਕਰ ਰਹੇ ਹੋ, ਕਿੰਨਾ ਉਹਨੂੰ ਤੁਸੀਂ ਉਹਨੂੰ ਆਪਣੇ ਮੋਟਿਵ ਨਾਲ ਕੀ ਕਰ ਰਹੇ ਹੋ। ਸੋ ਕਾਰਾਂ ਦੀ ਇੱਕ ਬੜੀ ਐਗਜ਼ਾਮਪਲ ਹੁੰਦੀ ਸੀ ਜੀ, ਪਹਿਲਾਂ ਬੜਾ ਹੁੰਦਾ ਸੀ ਕਿ ਮੈਂ ਕਿੰਨੀਆਂ ਕਾਰਾਂ ਵੇਚ ਸਕਦਾ ਇੱਕ ਸਾਲ ਦੇ ਵਿੱਚ ਜੇ ਮੈਨੂੰ ਟੈਕਸ ਨਹੀਂ ਲੱਗੇਗਾ। ਤੁਹਾਡੀ ਜਿਹੜੀ ਪਰਸਨਲ ਯੂਜ਼ ਪ੍ਰੋਪਰਟੀ ਹੈ ਨਾ, ਜਿੱਦਾਂ ਹੁਣ ਆਪਣਾ ਤੁਸੀਂ ਫਰਨੀਚਰ ਹੈਗਾ ਵਾ, ਹਾਂਜੀ ਘਰ ਦੇ ਆਪਣਾ ਫਰਨੀਚਰ ਲਗਾਇਆ, ਮਾਰਕੀਟ ਪਲੇਸ ਤੇ ਲਗਾਤਾ, ਕੋਈ ਲੈ ਗਿਆ ਉਹਨੂੰ ਸੇਲ ਕਰਤਾ। ਜੀ। ਉਹ ਮੈਨੂੰ ਪਤਾ ਚੱਲ ਗਿਆ ਵੀ ਕਿ ਮੈਂ ਨਾ ਹੁਣ ਇੱਦਾਂ ਕਰਨਾ, ਮਾਰਕੀਟ ਪਲੇਸ ਤੇ ਕਈ ਲੋਕੀ ਨਾ ਫਰੀ ਦੀਆਂ ਚੇਅਰਾਂ ਦਿੰਦੇ ਹੈਗੇ ਨੇ। ਹਾਂਜੀ ਮੈਂ ਚੇਅਰਾਂ ਚੁੱਕੀਆਂ, ਉਹਨਾਂ ਨੂੰ ਥੋੜ੍ਹਾ ਠੀਕ ਕੀਤਾ ਤੇ ਉਹਨੂੰ ਵੇਚਣਾ ਸ਼ੁਰੂ ਵੇਚਤੀਆਂ। ਕਰਤਾ। ਹਾਂ ਉਹ ਕਹਿੰਦੇ ਜੀ ਮੈਂ ਤਾਂ ਖਾਲੀ ਫਰੀ 'ਚ ਲੈ ਕੇ ਆਇਆ ਸੀਗਾ, ਥੋੜ੍ਹਾ ਸਾਈਡ ਦੀ ਇਨਕਮ ਬਣ ਗਈ, ਮੈਂ ਕਰ ਦਿੱਤਾ। ਜਦੋਂ ਤੁਸੀਂ ਉਹਨੂੰ ਬਿਜ਼ਨਸ ਬਣਾ ਲਿਆ ਨਾ, ਉਹ ਤੁਹਾਡਾ ਇਨਕਮ ਹੋ ਗਿਆ। ਹੁਣ ਸੇਮ ਚੀਜ਼ ਤੁਸੀਂ ਆਪਣੇ ਘਰ ਵਿੱਚ ਫਰੀ ਚੇਅਰਾਂ ਪਈਆਂ ਸੀਗੀਆਂ, ਯੂਜ਼ ਨਹੀਂ ਹੁੰਦੀਆਂ ਪਈਆਂ ਸੀਗੀਆਂ, ਚੁੱਕ ਕੇ ਮਾਰਕੀਟ ਪਲੇਸ 'ਤੇ ਲਗਾਈਆਂ, ਵੇਚੀਆਂ, ਉਹ 'ਤੇ ਕੋਈ ਟੈਕਸ ਨਹੀਂ। ਸੋ ਬਿਗੇਸਟ ਮਿਸਕਨਸੈਪਸ਼ਨ ਇਹੀ ਹੈਗੀ ਹੈ ਕਿ ਇਹ ਤਾਂ ਮੈਂ ਪਰਸਨਲ ਕੰਮ ਕਰਦਾ ਪਿਆ ਵਾਂ, ਇਹਦੇ 'ਤੇ ਮੇਰਾ ਕੋਈ ਟੈਕਸ ਨਹੀਂ ਲੱਗਣਾ ਚਾਹੀਦਾ ਹੈਗਾ। ਓਕੇ। ਜਾਂ ਫਿਰ ਆ ਰਿਹਾ ਕੈਸ਼ ਆ ਰਿਹਾ ਹੈ, ਹਾਂਜੀ। ਕੈਸ਼ 'ਤੇ ਆਇਆ ਵਾ, ਇਹ 'ਤੇ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਹੈਗਾ। ਇਹ ਕੰਮ ਮੈਂ ਰੂਟੀਨ ਨਹੀਂ, ਮੇਰੀ ਜੌਬ ਜਿਹੜੀ ਹੈਗੀ, ਮੇਰੀ ਫੁੱਲ ਟਾਈਮ ਅਕਾਊਂਟੈਂਟ ਦੀ ਜੌਬ ਹੈਗੀ ਹੈ, ਇਹ ਤਾਂ ਮੈਂ ਸਾਈਡ ਦੇ ਉੱਤੇ 2 ਮਿੰਟ ਸ਼ਾਮ ਨੂੰ ਮੈਂ ਇੱਕ ਚੀਜ਼ ਕਰ ਦਿੱਤੀ, ਵੇਚ ਦਿੱਤੀ, ਮੈਨੂੰ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਹੈਗਾ। ਨੋ, ਇਹ ਮਿਸਕਨਸੈਪਸ਼ਨਸ ਨੇ ਸਾਰੀਆਂ, ਇਹ ਸਾਰਿਆਂ ਦਾ ਟੈਕਸ ਹੈਗਾ ਜੀ। ਇਹ ਸਾਰਿਆਂ ਤੇ ਟੈਕਸ ਹੈਗਾ। ਓ ਅੱਛਾ, ਇੱਕ ਸੁਰੇਸ਼ ਜੀ, ਇੱਕ ਹੋਰ ਇਹਦੇ ਵਿੱਚੋਂ ਮੈਂ ਆਪ ਵੀ ਗੁਜ਼ਰਿਆ। ਮੈਂ ਕਿਰਾਏ ਤੇ ਰਹਿਣਾ, ਮੈਂ ਬੇਸਮੈਂਟ 'ਚ ਰਹਿਣਾ ਕਿਰਾਏ ਤੇ ਉਹ ਇਲੀਗਲ ਬੇਸਮੈਂਟ ਹੈ। ਤੇ ਮਾਲਕ ਮਕਾਨ ਮੈਨੂੰ ਇਹ ਕਹਿੰਦਾ ਕਿ ਮੈਨੂੰ ਕੈਸ਼ ਦੇ, ਮੈਨੂੰ ਚੈੱਕ ਨਹੀਂ ਲੈਣਾ ਮੈਂ। ਇਹਦੇ ਨਾਲ ਕੋਈ ਫਰਕ ਪੈਂਦਾ? ਦੇਖੋ ਜੀ, ਇਨਕਮ ਇਜ਼ ਇਨਕਮ। ਮੈਂ ਕਹਿਣਾ ਮੈਥਡ ਕੀ ਹੁੰਦਾ। ਸੋ ਆਪਾਂ ਇਨਕਮ ਟੈਕਸ ਜਿਹੜਾ ਡਿਪਾਰਟਮੈਂਟ ਹੈ, ਉਹ ਇਨਕਮ ਦੇ ਉੱਤੇ ਹੈ, ਉਹਦਾ ਸੋਰਸ ਕਿੱਥੋਂ ਆਇਆ ਨਾ, ਉਹ ਨਹੀਂ ਕਾਊਂਟ ਕਰ ਰਿਹਾ। ਜੀ। ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਜੀ, ਛੱਡੋ ਤੁਸੀਂ ਨੂੰ। ਲੋਟਰੀ ਇਨਕਮ, ਹਾਂਜੀ ਕਸੀਨੋ ਦੇ ਵਿੱਚ ਜਾਓ, ਕਸੀਨੋ ਖੇਲੋ, $1000 ਜਿੱਤ ਲਓ, ਜੀ। ਟੈਕਸ ਹੀ ਨਹੀਂ ਟੈਕਸ ਹੈ ਨਹੀਂ? ਨਾ। ਅੱਛਾ। ਲੋਟਰੀ ਉੱਤੇ ਕੋਈ ਟੈਕਸ ਨਹੀਂ ਹੈ। ਲੇਕਿਨ ਜੀ। ਤੁਸੀਂ ਰੋਜ਼ ਕਸੀਨੋ ਜਾਓ, ਰੋਜ਼ ਹੀ $1000 ਜਿੱਤੋ, ਚਾਹੇ 500 ਹਾਰੋ, ਉਹਦੇ ਟੈਕਸ ਹੈਗਾ। ਅੱਛਾ, ਇਹ ਵੀ ਆ। ਸੋ ਵਾਹ, ਵੈਰੀ ਕੁਐਸਚਨ ਇੰਟਰਸਟਿੰਗ। ਇਹ ਨਹੀਂ ਆਉਂਦਾ ਕਿ ਪੈਸਾ ਕਿੱਥੋਂ ਆ ਰਿਹਾ ਹੈ ਜੀ। ਕਿਵੇਂ ਆ ਰਿਹਾ ਹੈ? ਉਹ ਗੈਂਬਲਿੰਗ ਹੈ, ਹੁਣ ਗੈਂਬਲਿੰਗ ਵੀ ਇਨਕਮ ਹੀ ਹੋਈ। ਜੀ। ਸੋ ਕੁਐਸਚਨ ਇਹ ਆ ਰਿਹਾ ਹੈ ਵੀ ਇਨਕਮ ਆ ਰਹੀ ਕਿ ਨਹੀਂ ਆ ਰਹੀ ਹੈ। ਉਹ ਚਾਹੇ ਇਲੀਗਲ ਬੇਸਮੈਂਟ ਸੀਗੀ, ਚਾਹੇ ਉਹ ਆਪਣਾ ਸ਼ੇਅਰ ਸੀਗੀ, ਚਾਹੇ ਉਹਦਾ ਕੈਸ਼ ਆ ਰਿਹਾ ਹੈਗਾ, ਵੈ ਇਨਕਮ ਹੈਗੀ ਹੈ ਉਸ ਚੀਜ਼ ਦੀ ਜੀ, ਉਹਨੂੰ ਟੈਕਸ ਲੱਗਦਾ ਹੈ। ਸੋ ਹੁਣ ਇੱਥੇ ਸਵਾਲ ਸ਼ੁਰੂ ਹੋ ਜਾਣਗੇ ਜੀ ਆਉਣ ਵਾਲੇ। ਇੱਕ ਕੁਐਸਚਨ ਆ ਵੀ ਗਿਆ ਮੇਰੇ ਕੋਲ, ਤੇ ਇਹ ਹੈ ਕਿ ਕਦੀ ਕਦਾਈ ਇਹ ਗੱਲ ਵੈਸੇ ਤੁਸੀਂ ਕਲੀਅਰ ਕਰ ਦਿੱਤੀ ਹੈ ਕਿ ਕਦੀ ਕਦਾਈ ਉਹ ਕਹਿੰਦੇ ਅਸੀਂ ਬੇਕਿੰਗ ਕੁਕਿੰਗ ਕਰ ਦਿੰਦੇ ਹਾਂ ਅਤੇ ਹੌਬੀ ਤੋਂ ਇਹ ਸ਼ੁਰੂ ਕਰਦੇ ਹਾਂ, ਕੀ ਸਾਨੂੰ ਇਹਦੇ ਤੇ ਇਹਨੂੰ ਇਨਕੋਰਪੋਰੇਟ ਕਰਵਾਉਣਾ ਚਾਹੀਦਾ, ਰਜਿਸਟਰ ਕਰਵਾਉਣਾ ਚਾਹੀਦਾ ਕਿ ਕਦੀ ਕਦਾਈ ਕਰਦੇ ਹਾਂ, ਰੈਗੂਲਰ ਨਹੀਂ? ਅਗੇਨ ਨੰਬਰ ਆਫ ਫ੍ਰੀਕੁਐਂਸੀ ਇਜ਼ ਨੋਟ ਇੰਪੋਰਟੈਂਟ ਜੀ, ਤੁਹਾਡਾ ਮੋਟਿਵ ਕੀ ਹੈ। ਅਗਰ ਸਪੋਜ਼ ਤੁਸੀਂ ਉੱਥੇ ਲਿਸਟ ਕਰ ਦਿੱਤਾ, ਇੱਕ ਤੁਸੀਂ ਆਪਣੀ ਮੈਨਿਊ ਬਣਾ ਦਿੱਤੀ ਕਿ ਹਾਂਜੀ ਆਹ ਮੈਨਿਊ ਹੈ, $10 ਦਾ ਇੱਕ ਆਪਣਾ ਟਿਫਿਨ ਹੈਗਾ ਵੈ, $15 ਦੇ 2 ਟਿਫਿਨ ਨੇ, 2 ਸਬਜ਼ੀਆਂ $2 ਦੀਆਂ ਹੈਗੀਆਂ ਵੈ, ਤੁਸੀਂ ਉਹਨੂੰ ਪੋਸਟ ਕਰਦੇ ਪਿਓ, ਤੁਸੀਂ ਵੇਟ ਕਰਦੇ ਪਿਓ ਕਸਟਮਰ ਆਵੇ। ਕਦੀ ਕਸਟਮਰ ਹਫਤੇ 'ਚ 1 ਆ ਜਾਂਦਾ, ਕਦੀ ਹਫਤੇ 'ਚ 4 ਕਸਟਮਰ ਆ ਜਾਂਦੇ ਨੇ। ਪਰ ਅਗਰ ਤੁਸੀਂ ਉਹਨੂੰ ਐਜ਼ ਏ ਬਿਜ਼ਨਸ ਕੀਤਾ ਵੈ ਤੇ ਉਹ ਟੈਕਸਿਸ ਹੈ। ਹਾਂ, ਕਦੀ ਮੈਂ ਬਣਾਈ ਬਨਾਨਾ ਬ੍ਰੈਡ, ਤੇ ਮੇਰੀ ਬਨਾਨਾ ਬ੍ਰੈਡ ਸੀਗੀ, ਬੜੀ ਸੋਹਣੀ ਬਣਦੀ ਸੀਗੀ, ਤੇ ਮੈਂ ਕਿਸੇ ਨੂੰ ਫੋਨ ਕੀਤਾ, ਤੈਨੂੰ ਚਾਹੀਦੀ ਹੈ? ਤਾਂ ਕਹਿੰਦਾ ਮੈਨੂੰ ਹਲੇ ਨਹੀਂ, ਚੱਲ $5 ਤੈਨੂੰ ਦੇ ਦਿੰਦਾ ਵਾ। ਉਹ ਹੌਬੀ ਹੈ। ਉਹ ਹੌਬੀ ਹੈ। ਯੈਸ, ਕਿਆ ਬਾਤ ਹੈ। ਇਹ ਬੜਾ ਹੀ ਇੰਟਰਸਟਿੰਗ ਟੌਪਿਕ ਬਣ ਗਿਆ ਜੀ। ਅਤੇ ਇੱਕ ਹੋਰ ਉਹਨਾਂ ਦਾ ਕੰਸਰਨ ਹੈਗਾ ਕਿ ਮੈਨੂੰ ਇਹ ਲੱਗਦਾ ਹੈ ਕਿ ਇਨਕਮ ਮਸਟ ਬੀ ਰਿਪੋਰਟਡ if this amount is claimed as an expense by the paying person or company. Income must be claimed if an expense is claimed by the company. ਜੀ। Okay, so expense ਬਾਅਦ ਚੋਂ ਆਉਂਦਾ ਜੀ, ਪਹਿਲਾਂ ਇਨਕਮ ਆਉਂਦੀ ਹੈ। ਹਾਂਜੀ। ਸੋ ਤੁਸੀਂ ਇਨਕਮ ਤੋਂ ਬਿਨਾਂ ਐਕਸਪੈਂਸ ਨਹੀਂ ਹੋ ਸਕਦਾ ਹੈ। ਅਗਰ ਤੁਸੀਂ ਸਪੋਜ਼ ਤੁਸੀਂ ਕਹਿ ਰਹੇ ਹੋ ਕਿ ਆਪਣਾ ਮੈਂ ਜਾ ਰਿਹਾ ਵਾਂ ਆਪਣੀ ਟਰਾਂਸਲੇਸ਼ਨ ਸਰਵਿਸਿਜ਼ ਵਾਸਤੇ, ਹਾਂਜੀ, ਤੁਸੀਂ ਉਹਦੇ ਉੱਤੇ ਆਪਣਾ ਗੈਸ ਦਾ ਖਰਚਾ ਕਰਦੇ ਪਏ ਹੋ ਜੀ। ਤੁਸੀਂ ਕਹੋ ਕਿ ਮੈਂ ਗੈਸ ਦਾ ਖਰਚਾ ਕਲੇਮ ਕਰ ਲਾਂਗਾ ਪਰ ਮੈਂ ਇਨਕਮ ਕਲੇਮ ਨਹੀਂ ਕਰਨੀ, ਉਹ ਤਾਂ ਮਾਈਨਸ ਹੋ ਗਿਆ ਨਾ ਨੰਬਰ।
ਅਗਰ ਮੈਂ $100 ਆਪਣਾ ਇਨਕਮ ਮੇਰੀ ਹੋਈ, $20 ਦੀ ਮੈਂ ਗੈਸ ਖਰਚੀ ਜੀ ਤੇ 100 ਮਾਈਨਸ 20 ਮੇਰੀ $80 ਇਨਕਮ ਹੋਈ। ਜੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੀ ਮਾਈਨਸ $20 ਇਨਕਮ ਹੈ। ਓਕੇ $100 ਤਾਂ ਇਨਕਮ ਆਈ ਨਾ, ਸੋ ਜੀ, ਇਨਕਮ ਦੇ ਜੀ। ਨਾਲ ਤੇ ਖਰਚਾ ਹੈਗਾ ਵੈ। ਸੋ ਅਗਰ ਸਪੋਜ਼ਿਟਲੀ ਕੁਐਸਚਨ ਇਹ ਨਹੀਂ ਹੈ ਕਿ $20 ਦਾ ਖਰਚਾ ਹੋਇਆ ਕਿ ਨਹੀਂ ਹੋਇਆ, ਜੀ ਕੁਐਸਚਨ ਇਹ ਹੋਇਆ ਕਿ $100 ਦੀ ਇਨਕਮ ਹੋਈ ਕਿ ਨਹੀਂ ਹੋਈ। ਯੈਸ ਸੋ ਪਹਿਲਾਂ ਇਹ ਦੇਖਣਾ ਹੈ ਕਿ ਇਨਕਮ ਹੈਗੀ ਕਿ ਨਹੀਂ ਹੈਗੀ ਮੇਰੀ, ਉਹ ਫਿਰ ਆਪਾਂ ਖਰਚਿਆਂ ਦੀ ਗੱਲ ਕਰਾਂਗੇ। ਉਹ ਕਹਿੰਦੇ ਕਿ ਜੇ ਤੁਸੀਂ ਇਫ ਯੂ ਸਟਾਰਟ selling your home, make food as a hobby, do we need to get business license? And if we are getting business license, does it still remain in hobby category? ਸੋ ਬਿਜ਼ਨਸ ਲਾਇਸੈਂਸ ਜਿਹੜਾ ਹੈਗਾ ਜੀ ਉਹ ਸਿਟੀ ਆਫ ਕੈਲਗਰੀ ਦੇ ਵਿੱਚ ਆਂਦਾ ਵੈ। ਸੋ ਮੈਂ ਉਹਦੇ ਤੇ ਕੋਈ ਐਕਸਪਰਟੀਜ਼ ਨਹੀਂ ਜੀ, ਮੈਂ ਕੁਝ ਨਹੀਂ ਕਹਿ ਸਕਦਾ ਹੈਗਾ ਜੀ ਲੇਕਿਨ ਹਾਂਜੀ, ਅਗਰ ਤੁਸੀਂ ਘਰ ਦੇ ਵਿੱਚ ਤੁਸੀਂ ਵਰਡ ਸ਼ੁਰੂ ਕਰ ਦਿੱਤਾ ਕਿ ਮੈਂ ਘਰ ਦੇ ਵਿੱਚ ਫੂਡ ਦਾ ਬਿਜ਼ਨਸ ਕਰਦਾ ਪਿਆ ਵਾਂ, ਉਹ ਇਨਕਮ ਕੈਟੇਗਰੀ ਹੈ ਜੀ। ਉਹ ਇਨਕਮ ਕੈਟੇਗਰੀ ਹੈ ਕਿ ਲਾਇਸੈਂਸ ਹੋਵੇ ਜਾਂ ਨਾ ਹੋਵੇ, ਜੀ ਈਵਨ ਵਿਦਆਊਟ ਲਾਇਸੈਂਸ ਵੀ ਉਹ ਇਨਕਮ ਹੀ ਹੈ। ਸੇਮ ਆ ਜਾਂਦੀ ਜੀ, ਚਾਹੇ ਬੇਸਮੈਂਟ ਲੀਗਲ ਹੋਵੇ ਜਾਂ ਨਾ ਲੀਗਲ ਹੋਵੇ, ਇਨਕਮ ਹੀ ਹੈ। ਸੋ ਇੱਕ ਹੋਰ ਕੁਐਸਚਨ ਆ, ਇਹ ਵੀ ਬੜਾ ਇੰਟਰਸਟਿੰਗ ਕੁਐਸਚਨ ਆ ਜੀ। ਉਹ ਕਹਿੰਦੇ ਕਿ ਮੇਰੇ ਕੁਝ ਦੋਸਤ ਮਿੱਤਰ ਨੇ ਜਿਨ੍ਹਾਂ ਦੀ ਮੈਂ ਸਾਈਟ ਤੇ ਕਦੇ ਕਦੇ ਹੈਲਪ ਕਰ ਦਿੰਦਾ ਵੀਕਐਂਡਸ ਦੇ ਉੱਤੇ। ਰੀਜ਼ਨ ਇਹ ਆ ਕਿ ਉਹ ਮੈਨੂੰ ਇਸ ਕਰਕੇ ਕਾਲ ਕਰਦੇ ਆ ਕਿ ਮੇਰੇ ਕੋਲ ਸਕਿੱਲਸ ਹੈਗੀਆਂ ਅਤੇ ਮੈਂ ਉਹਨਾਂ ਨੂੰ ਪਤਾ ਕਿ ਮੈਂ ਕਿਵੇਂ ਕਰ ਸਕਦਾ। ਬਟ ਸਮਟਾਈਮਸ ਦੇ ਗਿਵ ਮੀ ਕੈਸ਼, ਬਟ ਸਮਟਾਈਮਸ ਦੇ ਟ੍ਰਾਂਸਫਰ ਫਰੋਮ ਦੇਅਰ ਬਿਜ਼ਨਸ ਅਕਾਊਂਟ। I don't work too much, but still I do need to open business account for the tax purposes. ਸੋ ਜਿਹੜਾ ਬਿਜ਼ਨਸ ਅਕਾਊਂਟ ਜਿਹੜਾ, ਸੋ ਪਹਿਲਾਂ ਉਹਨਾਂ ਨੇ, ਜਦ ਤੱਕ ਮੈਂ ਸਮਝਦਾ ਪਿਆ, ਉਹਨਾਂ ਨੇ ਆਪਣੇ ਆਪ ਨੂੰ ਡਿਟਰਮਿਨ ਕਰ ਲਿਆ ਕਿ ਮੇਰੀ ਇਨਕਮ ਹੈਗੀ ਹੈ। ਹਾਂਜੀ ਮੈਂ ਬਾਹਰ ਕੰਮ ਕਰਦਾ ਪਿਆ ਮੈਂ ਸਾਈਡ ਦੇ ਉੱਤੇ, ਕਦੀ ਮੈਨੂੰ ਕੈਸ਼ ਮਿਲਦਾ ਵਾ, ਕਦੀ ਮੈਨੂੰ ਟ੍ਰਾਂਸਫਰ ਮਿਲਦੀ ਹੈ, ਜੀ ਇਹ ਮੇਰੀ ਇਨਕਮ ਹੈਗੀ ਹੈ। ਹੁਣ ਦਾ ਕੁਐਸਚਨ ਜਿਹੜਾ ਆ ਰਿਹਾ ਕਿ ਮੈਨੂੰ ਤਾਂ ਬਿਜ਼ਨਸ ਅਕਾਊਂਟ ਖੋਲਾਂ ਜਾਂ ਇਹਦਾ ਬਿਜ਼ਨਸ ਨੰਬਰ ਲਵਾਂ ਜਾਂ ਰਜਿਸਟ੍ਰੇਸ਼ਨ ਕਰਵਾਵਾਂ ਇਹਦੀ ਨਾ, ਠੀਕ ਹੈ। ਸੋ ਬਿਜ਼ਨਸ ਅਕਾਊਂਟ ਜਿਹੜਾ ਹੈਗਾ ਵਾ ਡਿਪੈਂਡ ਕਰਦਾ ਵਾ ਕਿ ਤੁਸੀਂ ਅਗਰ ਤਾਂ ਆਪਣੇ ਆਪ ਨੂੰ ਸੈਲਫ ਇੰਪਲੋਇਡ ਕਹਿੰਦੇ ਪਿਓ ਕਿ ਮੈਂ ਆਪਣੇ ਨਾਮ 'ਤੇ ਹੀ ਕੰਮ ਕਰ ਰਿਹਾ ਹੈਗਾ ਵਾ, ਤਾਂ ਤੁਸੀਂ ਆਪਣੇ ਰੈਗੂਲਰ ਅਕਾਊਂਟ ਦੇ ਵਿੱਚ ਆਪਣਾ ਉਹਨੂੰ ਯੂਜ਼ ਕਰ ਸਕਦੇ ਹੋ। ਇੱਥੇ ਕੋਈ ਰਿਕੁਆਇਰਮੈਂਟ ਨਹੀਂ ਹੈ ਕਿ ਸੈਪਰੇਟ ਬਿਜ਼ਨਸ ਅਕਾਊਂਟ ਕਰਨਾ, ਤੁਸੀਂ ਸੇਮ ਅਕਾਊਂਟ ਦੇ ਵਿੱਚ ਵੀ ਕਰ ਲਓ, ਕੋਈ ਰਿਕੁਆਇਰਮੈਂਟ ਨਹੀਂ ਹੈ, ਸੈਪਰੇਟ ਬਿਜ਼ਨਸ ਅਕਾਊਂਟ ਚਾਹੀਦਾ ਹੈਗਾ ਵਾ। ਨਾਓ ਬਿਜ਼ਨਸ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ ਉਹ ਡਿਪੈਂਡ ਕਰਦਾ ਤੁਹਾਡੇ ਟ੍ਰੇਡ ਦੇ ਉੱਤੇ ਐਂਡ ਫॉर CRA ਪਰਪਸਿਸ ਕਿ ਤੁਸੀਂ ਕਿੰਨੀ ਆਪਣੀ ਸੇਲ ਕਰਦੇ ਪਿਓ। ਅਸੀਂ ਹੁਣ ਥੋੜ੍ਹੀ ਦੇਰ ਬਾਅਦ ਸ਼ਾਇਦ ਗੱਲ ਕਰਾਂਗੇ ਕਿ ਹਾਂਜੀ 30,000 ਤੋਂ ਉੱਪਰ ਟੱਪ ਜਾਵੇ ਤਾਂ GST ਵੀ ਸ਼ੁਰੂ ਹੋ ਜਾਂਦੀ ਹੈਗੀ ਹੈ ਉਸ ਤੋਂ ਬਾਅਦ ਨਾ। ਸੋ ਅਗਰ ਉਸ ਪਾਸੇ ਚੱਲਦੇ ਹਾਂ ਆਪਾਂ ਤਾਂ ਬਿਜ਼ਨਸ ਰਜਿਸਟਰ ਕਰਨਾ ਕੰਪਲਸਰੀ ਹੋ ਜਾਂਦਾ ਵੈ। ਅਗਰ 30,000 ਤੋਂ ਨੀਚੇ ਹੈ ਤਾਂ ਕੰਪਲਸਰੀ ਕਰਨਾ ਜ਼ਰੂਰੀ ਨਹੀਂ ਹੈ। ਅਗਰ ਤੁਸੀਂ ਉਹ ਟ੍ਰੇਡ ਕਰਦੇ ਹੋ ਜਿਹੜਾ ਟ੍ਰੇਡ ਸਿਟੀ ਆਫ ਕੈਲਗਰੀ ਦੇ ਅੰਦਰ ਰਜਿਸਟਰ ਕਰਵਾਉਣਾ ਮਤਲਬ ਮੈਂਡੇਟੋਰੀ ਹੈ, ਤਾਂ ਸ਼ਾਇਦ ਤੁਹਾਨੂੰ ਉਹਦਾ ਬਿਜ਼ਨਸ ਲਾਇਸੈਂਸ ਲੈਣਾ ਪਏਗਾ ਜਾਂ ਬਿਜ਼ਨਸ ਰਜਿਸਟ੍ਰੇਸ਼ਨ ਕਰਵਾਉਣੀ ਪਏਗੀ। ਅਦਰ ਦੈਨ ਦੈਟ ਦੇयर ਇਜ਼ ਨੋ ਸੱਚ ਰਿਕੁਆਇਰਮੈਂਟ ਐਜ਼ ਅ ਬਿਜ਼ਨਸ ਰਜਿਸਟ੍ਰੇਸ਼ਨ, ਕੋਈ ਹੋਰ ਨਹੀਂ ਹੈਗੀ ਜੀ। ਤੁਸੀਂ ਆ GST ਦੀ ਗੱਲ ਕੀਤੀ ਹੈ ਜੀ, ਸੋ ਕਿਸ ਇਨਕਮ ਲੈਵਲ 'ਤੇ ਸਾਨੂੰ GST ਰਜਿਸਟ੍ਰੇਸ਼ਨ ਕਰਾਉਣੀ ਚਾਹੀਦੀ ਹੈ? ਅਗਰ ਤੁਹਾਡੇ ਪਿਛਲੇ 4 ਕੁਆਟਰ ਮਨ 3 ਮਹੀਨੇ ਹੋ ਗਏ ਜੀ, ਤੁਸੀਂ 4 ਕੁਆਟਰ ਸ਼ੁਰੂ ਕਰ ਦਿਓ, ਜਨਵਰੀ ਟੂ ਮਾਰਚ, ਜੂਨ ਟੂ ਆਪਣਾ ਸਤੰਬਰ ਕਰਕੇ ਕਰ ਲਓ। ਅਗਰ 4 ਕੁਆਟਰ ਦੇ ਵਿੱਚ ਤੁਹਾਡੀ ਟੋਟਲ ਰੈਵਨਿਊ ਮੀਨਸ ਗ੍ਰੋਸ ਇਨਕਮ ਜੋ ਤੁਸੀਂ ਇਕੱਠਾ ਕੀਤਾ ਹੈਗਾ, ਨੋਟ ਖਰਚੇ ਕੱਢ ਕੇ ਨਹੀਂ, ਗ੍ਰੋਸ $100 ਪੈਦਾ $100 $20 ਖਰਚਾ ਨਹੀਂ ਗਿਣਨਾ ਉਹਦੇ ਚੋਂ। ਅਗਰ ਉਹ 30,000 ਕ੍ਰੋਸ ਕਰ ਜਾਂਦਾ ਵੈ ਤੁਹਾਨੂੰ GST ਨੰਬਰ ਲੈਣਾ ਜੀ ਕੰਪਲਸਰੀ ਹੈ, ਤੁਹਾਨੂੰ ਲੈਣਾ ਹੀ ਪਏਗਾ ਉਸ ਚੀਜ਼ ਜੇ 30,000 ਤੋਂ ਉੱਪਰ ਹੈ। ਯਾ ਕੁਝ ਹੋਰ ਐਕਸੈਪਸ਼ਨਸ ਹੈਗੀਆਂ, ਜਿੱਦਾਂ ਹੁਣ ਸਪੋਜ਼ ਊਬਰ ਹੋ ਗਈ, ਟੈਕਸੀ ਹੋ ਗਈ, ਇਹਨਾਂ ਨੂੰ ਪਹਿਲੇ ਡਾਲਰ ਤੋਂ ਹੀ GST ਨੰਬਰ ਲੈਣਾ ਕੰਪਲਸਰੀ ਹੈ, ਚਾਹੇ ਤੁਸੀਂ $1 ਕਮਾਓ ਚਾਹੇ ਤੁਸੀਂ 30,000 ਕਮਾਓ। ਓਕੇ, ਸੋ ਤੁਸੀਂ ਅਗਰ ਸੇਮ ਐਗਜ਼ਾਮਪਲ ਕਰਦੇ ਹੋ ਕਿ ਸਾਲ 'ਚ 2 ਵਾਰੀ ਊਬਰ ਚਲਾ ਲਈ, ਉਹਨਾਂ ਨੂੰ ਵੀ GST ਨੰਬਰ ਕੰਪਲਸਰੀ ਹੈ। ਜੀ। ਲੇਕਿਨ ਬਾਕੀਆਂ ਜਿਹੜੇ ਹੈਗੇ ਨੇ ਉਹਨਾਂ ਨੂੰ 30,000 ਦੇ ਅੰਡਰ ਨਾ ਕਰ, 30,000 ਨਹੀਂ ਹੈ ਤਾਂ GST ਨੰਬਰ ਲੈਣਾ ਜ਼ਰੂਰੀ ਨਹੀਂ ਹੈਗਾ। ਤੇ ਕੁਝ ਸਿੰਪਲ ਹੈਬਿਟਸ ਜਿਹੜੀਆਂ ਨੇ ਸਾਨੂੰ ਅਡੋਪਟ ਕਰਨੀਆਂ ਚਾਹੀਦੀਆਂ ਨੇ ਅੱਜ ਹੀ, ਕਿ ਤਾਂ ਕਿ ਸਾਨੂੰ ਟੈਕਸ ਸੀਜ਼ਨ ਦੇ ਉੱਤੇ ਕੋਈ ਸਰਪ੍ਰਾਈਜ਼ ਨਾ ਮਿਲੇ। ਬਹੁਤ ਇੰਪੋਰਟੈਂਟ ਜੀ, ਥੈਂਕ ਯੂ ਸੋ ਮਚ। ਤੁਸੀਂ ਆ ਕੁਐਸਚਨ ਮੇਰੇ ਵਾਸਤੇ ਪੁੱਛਿਆ, ਮੇਰੇ ਵਾਸਤੇ ਨਹੀਂ ਸ਼ਾਇਦ ਮੇਰੇ ਸਾਰੇ ਅਕਾਊਂਟੈਂਟ ਭਰਾਵਾਂ ਵਾਸਤੇ ਪੁੱਛਿਆ ਹੈਗਾ ਜੀ ਕਿ ਜਦੋਂ ਅਸੀਂ ਜਦੋਂ ਰਿਟਰਨ ਭਰਦੇ ਆ ਨਾ, ਆਪਾਂ ਆਉਂਦੇ ਹਾਂ, ਸਾਡੇ ਕੋਲ ਇੱਕ ਚੈੱਕ ਲਿਸਟ ਹੈ, ਤੁਹਾਨੂੰ ਕੁਐਸਚਨ ਪੁੱਛਦੇ ਹਾਂ, ਹਾਂਜੀ ਤੇਰੇ ਕੋਲ ਇਹ ਹੈਗਾ ਐਂਡ ਸਮਟਾਈਮਸ ਆਹ ਜਿਹੜਾ ਸਾਈਡ ਗਿਗ ਵਾਲਾ ਆਉਂਦਾ ਨਾ, ਇਹ ਸਰਪ੍ਰਾਈਜ਼ ਹੀ ਆਉਂਦਾ ਵੈ ਕਿ ਜੀ ਇਹ ਵੀ ਮੈਨੂੰ ਡਿਕਲੇਅਰ ਕਰਨਾ ਪਏਗਾ। ਹਾਂਜੀ ਕਰਨਾ ਪਏਗਾ, ਹੁਣ ਜਾਓ ਪੇਪਰ ਲੈ ਕੇ ਆਓ ਜੀ, ਕੁਝ ਕਰੋ। ਸੋਚਿਆ ਹੀ ਨਹੀਂ ਉਹਦੇ ਬਾਰੇ ਕੀ ਕਰੀਏ ਨਾ। ਸੋ ਸਭ ਤੋਂ ਮੇਨ ਜਿਹੜੀ ਚੀਜ਼ ਹੈਗੀ ਹੈ ਉਹ ਇਨਕਮ, ਕਿ ਤੁਹਾਡੀ ਇਨਕਮ ਕਿੰਨੀ ਹੋਈ। ਸੋ ਸਾਰੇ ਸਾਲ ਦੇ ਵਿੱਚ ਤੁਹਾਨੂੰ ਕੈਸ਼ ਆਇਆ ਵੈ, ਚੈੱਕ ਆਇਆ ਵੈ,
ਈ ਟ੍ਰਾਂਸਫਰ ਆਈ ਹੈ ਉਹ ਸਾਰੀਆਂ ਨੋਟ ਕਰਕੇ ਰੱਖੋ ਕਿ ਮੈਨੂੰ ਕਿੰਨੀਆਂ ਆਈਆਂ ਮੈਂ। ਚਲੋ ਇਹ ਤਾਂ ਤੁਸੀਂ ਟੈਕਸ ਪੇ ਕਰਨ ਦੀ ਗੱਲ ਕਰਦੇ ਪਏ ਹੋ, ਹੁਣ ਤਾਂ ਤੁਸੀਂ ਸਾਰੇ ਮੈਨੂੰ ਕਹਿਣਗੇ ਕਿ ਇਹ ਤਾਂ ਖਾਲੀ ਪੈਸੇ ਖਰਚਾਉਣ ਦੀ ਗੱਲ ਕਰ ਰਿਹਾ ਵਾ, ਬਚਾਉਣ ਦੀ ਗੱਲ ਤਾਂ ਕਰਦਾ ਹੀ ਨਹੀਂ ਪਿਆ, ਕੋਈ ਟੈਕਸ ਬਚਾਉਣ ਦੀ ਵੀ ਗੱਲ ਕਰੋ। ਸੋ ਉਹਦੇ ਬਾਰੇ ਚੱਲੀਏ ਆਪਾਂ। ਉਸ ਤੋਂ ਨਾਲ ਆਉਂਦਾ ਕਿ ਜੇ ਤੁਹਾਡੇ ਸਾਈਡ ਗਿਗ ਦੀ ਇਨਕਮ ਹੈਗੀ ਹੈ ਨਾ, ਹਾਂਜੀ, ਇਹਦਾ ਮਤਲਬ ਇਹ ਨਹੀਂ ਕਿ $100 ਦੀ ਇਨਕਮ ਹੈ ਤਾਂ 100 ਦੇ ਉੱਤੇ ਟੈਕਸ ਪੇ ਕਰੋਗੇ। ਤੁਸੀਂ ਆਪਣੇ ਵਿੱਚੋਂ ਖਰਚੇ ਮਾਈਨਸ ਕਰ ਸਕਦੇ ਹੋ, ਜੋ ਵੀ ਖਰਚਾ ਤੁਹਾਨੂੰ ਉਸ ਸਾਈਡ ਗਿਗ ਦੇ ਨਾਲ ਹੁੰਦਾ ਵੈ। ਸੋ ਬੜੇ ਲੋਕੀ ਕਈ ਚੀਜ਼ਾਂ ਮਿਸ ਕਰ ਜਾਂਦੇ। ਮੈਂ ਕਹਿੰਦਾ ਚਲੋ ਸਪੋਜ਼ ਤੁਸੀਂ ਘਰੋਂ ਆਪਣਾ ਖਾਣਾ ਬਣਾ ਰਹੇ ਹੋ ਜਾਂ ਤੁਸੀਂ ਘਰੋਂ ਕੁਝ ਕਰਦੇ ਪਏ ਹੋ, ਘਰ ਦੀ ਆਪਣੀ ਇਲੈਕਟ੍ਰਿਸਿਟੀ, ਘਰ ਦੀ ਗੈਸ, ਪਾਣੀ, ਤੁਸੀਂ ਫੋਟੋ ਖਿੱਚੀਆਂ, ਫੋਟੋ ਕੋਈ ਪੋਸਟ ਕੀਤੀਆਂ ਮਾਰਕੀਟ ਪਲੇਸ 'ਤੇ, ਕਿਸੇ ਨੂੰ ਹਾਇਰ ਕੀਤਾ ਵਾ ਫੋਟੋ ਖਿਚਾਉਣ ਵਾਸਤੇ, ਤੁਸੀਂ ਐਡਵਰਟੀਜ਼ਮੈਂਟ ਕੀਤੀ ਹੈ ਕਿਸੇ ਵੀ ਜਗ੍ਹਾ ਦੇ ਉੱਤੇ, ਤੁਸੀਂ ਕੋਈ ਆਪਣਾ ਸਮਾਨ ਲੈਣ, ਗਰੋਸਰੀ ਲੈਣ ਗਏ ਹੋ ਅਤੇ ਗੈਸ ਖਰਚ ਕੀਤੀ ਹੈਗੀ ਹੈ, ਤੁਸੀਂ ਕਿਸੇ ਬੰਦੇ ਨੂੰ ਹਾਇਰ ਕੀਤਾ ਵਾ, ਉਹਨੂੰ $20 ਦਿੱਤੇ ਹੈ, ਹੈਲਪ ਲਿੱਤੀ ਉਹਦੇ ਕੋਲੋਂ ਕਿ ਨਾਲ ਮੇਰਾ ਕਰ ਦੇਵੇ, ਤੂੰ ਡਿਲੀਵਰੀ ਕਰਨ ਗਏ ਹੋ, ਉਹਦੇ $20 ਲੱਗੇ ਨੇ। ਇਹ ਸਾਰੇ ਖਰਚੇ ਹੈ ਜੀ। ਇਹ ਖਰਚੇ ਦੀ ਲਿਸਟ ਲੰਬੀ ਹੈ, ਪਰ ਇਹ ਖਰਚੇ ਨੋਟ ਕਰਕੇ ਰੱਖੋ, ਨੋਟ ਕਰਕੇ ਰੱਖੋ। ਯੈਸ, ਡਾਲਰ ਸਟੋਰ ਜਾਂਦੇ ਹੋ, $5 ਦਾ ਉੱਥੇ ਸੀ ਆਪਣਾ ਆਪਣੇ ਕੈਨ ਖਰੀਦਦੇ ਨੇ, ਉਹ ਕੈਨ ਰਸੀਦ ਰੱਖਣੀ ਭੁੱਲ ਗਏ ਆ, ਨੋਟ ਕਰਕੇ ਰੱਖੋ ਜੀ। $5 ਜਿਹੜਾ ਹੈਗਾ ਵੈ ਤੁਹਾਡੇ ਸੇ $1.25 ਦਾ ਖਰਚਾ ਵੈ, ਟੈਕਸ ਹੈ ਜੀ, ਬਚਦਾ ਉਹਦੇ ਉੱਤੇ। ਬਿਲਕੁਲ ਠੀਕ। $5 ਉੱਤੇ 25 ਸੈਂਟ ਦੀ GST ਵੀ ਸ਼ਾਇਦ ਬਚੇਗੀ। ਬਿਲਕੁਲ ਠੀਕ। 25 ਕਰਕੇ $25 ਬਣ ਜਾਂਦੇ ਆ ਜੀ। ਟੈਕਸ ਤਾਂ ਪੇ ਕਰਨਾ ਹੀ ਕਰਨਾ ਵੈ, ਪਰ $25 ਤਾਂ ਬਚਾ ਲਈਏ ਆਪਾਂ। ਵੈਰੀ ਗੁੱਡ। ਅੱਛਾ, ਇੱਕ ਹੋਰ ਬੜਾ ਇਹਦੇ ਮੇਰੇ ਦਿਮਾਗ 'ਚ ਪਹਿਲਾਂ ਸ਼ੁਰੂ ਕਰਨ ਲੱਗੇ ਗੱਲ ਸੀਗੀ, ਪਰ ਮੇਰੀ ਵਾਈਫ ਐਕਚੁਅਲੀ ਜਿੱਥੇ ਕੰਮ ਕਰਦੀ ਹੈ ਉਹਦੇ ਨਾਲ 15-20 ਜਣੀਆਂ ਹੋਰ ਵੀ ਹੈਗੇ ਆ ਇੰਪਲੋਈਜ਼, ਜਿਹੜੇ ਸਾਥੀ ਉਹਦੇ ਨਾਲ ਕੰਮ ਕਰਦੇ ਆ। ਉਹ ਐਵਰੀ ਪੇ ਚੈੱਕ 'ਤੇ ਮਹੀਨੇ 'ਚ 2 ਵਾਰੀ ਆਉਂਦਾ, ਐਵਰੀ ਪੇ ਚੈੱਕ 'ਤੇ ਉਹ $100 ਕੱਟਦੇ ਆ ਆਪਣੇ ਉਹਦੇ ਵਿੱਚੋਂ, ਤਾਂ ਕਿਸੇ ਇੱਕ ਜਣੇ ਨੂੰ ਈ ਟ੍ਰਾਂਸਫਰ ਕਰ ਦਿੰਦੇ ਆ ਸਾਰੇ ਜਣੇ। ਅਤੇ ਸਾਲ ਦੇ ਐਂਡ 'ਤੇ ਕਿਉਂਕਿ ਉਹਨਾਂ ਨੇ $100 ਸੇਵ ਕੀਤਾ ਆ, ਅਤੇ ਉਹ ਸਾਰਿਆਂ ਦੀ ਸੇਵਿੰਗ ਕੰਪਲਸਰੀ ਸੇਵਿੰਗ ਬਣ ਜਾਂਦੀ, ਉਹ ਵਾਪਸ ਆਪਣੇ ਪੈਸੇ ਉਹ ਵਾਪਸ ਲੈ ਜਾਂਦੇ ਆ ਨਾ। ਮੇਰੀ ਵਾਈਫ ਉਹ ਸਾਰੇ ਪਹਿਲਾਂ ਤਾਂ ਈ ਟ੍ਰਾਂਸਫਰ ਰਿਸੀਵ ਕਰਦੀ ਹੈ, ਫਿਰ ਉਸੇ ਤਰ੍ਹਾਂ ਉਹਨਾਂ ਨੂੰ ਉਹ ਪੇ ਕਰ ਦਿੰਦੀ ਹੈ। ਇਹਦੇ ਬਾਰੇ ਕੀ ਇਹਨੂੰ ਵੀ ਸਾਨੂੰ ਕਾਊਂਟ ਕਰਾਂਗੇ ਅਸੀਂ ਕਿਸੇ ਖਾਤੇ ਦੇ ਵਿੱਚ, ਕਿ ਚੁੱਪ ਚਪੀਤਾ ਹੀ ਕੰਮ ਆ? ਇਨਕਮ ਕਿੱਥੇ ਹੈ? ਇਨਕਮ ਹੈ ਨਹੀਂ ਇਹਦੇ ਵਿੱਚ, ਇਨਕਮ ਨਹੀਂ ਹੈ, ਇਹ ਸਿਰਫ ਸੇਵਿੰਗ ਹੈ। ਲੋਕਾਂ ਨੇ ਮੈਨੂੰ $100 ਦਿੱਤਾ, 7-8 ਜਣਿਆਂ ਨੇ ਦਿੱਤਾ ਮੈਨੂੰ ਜੀ, ਤਾਂ ਫਿਰ ਆਪਾਂ ਵਾਪਸ ਵੀ ਲੈ ਲਿਆ ਸਾਲ ਦੇ ਐਂਡ 'ਤੇ। ਦੈਟਸ ਯੂਰ ਅਰੇਂਜਮੈਂਟ ਜੀ। ਤੁਸੀਂ ਸਪੋਜ਼ ਮੈਂ ਤੁਹਾਨੂੰ $100 ਦਾ ਲੋਨ ਦਿੱਤਾ ਵਾ ਅਤੇ ਮੈਨੂੰ $100 ਵਾਪਸ ਕਰ ਦਿੱਤਾ। ਓਕੇ, ਸੋ ਇਹਦੇ ਵਿੱਚ ਇਨਕਮ ਤਾਂ ਕਿਤੇ ਆਈ ਨਹੀਂ ਨਾ। ਇਨਕਮ ਹਾਂ, ਹੁਣ ਤੁਸੀਂ ਇਹ ਕਰਨਾ ਸ਼ੁਰੂ ਕਰ ਦਿਓ ਕਿ ਮੈਂ $100 ਦੇ ਵਿੱਚ ਨਾਲ ਮੈਂ ਤੇਰਾ ਲਵਾਂਗੀ, ਉਸ ਤੋਂ ਬਾਅਦ ਮੈਨੂੰ ਹਰ ਮਹੀਨੇ ਤੇਰੇ ਕੋਲ $50 ਚਾਰਜ ਕਰਾਂਗੀ, ਉਹਨੂੰ ਮੇਨਟੇਨ ਕਰ। ਫਿਰ ਇਨਕਮ ਹੈ, ਫਿਰ ਹੋ ਸਕਦਾ ਹੈ ਇਨਕਮ ਹੋਵੇ। ਦੈਟਸ ਇੰਟਰਸਟਿੰਗ। ਅਤੇ ਮੈਨੂੰ ਲੱਗਦਾ ਜੀ ਬਚ ਗਿਆ, ਤੁਸੀਂ ਲਓ ਕਰੋ ਇਕੱਠੇ ਪੈਸੇ ਜਿੰਨੇ ਮਰਜ਼ੀ। ਜਗਵੀਰ ਕੌਰ ਹੁਣੇ ਕਹਿੰਦੇ ਜੀ ਕਿ ਹੋਮ ਬੇਸਡ ਕੱਪੜਿਆਂ ਦਾ ਕੰਮ ਹੈ। ਹਾਂਜੀ, ਅਤੇ ਕੱਪੜੇ ਸੀਣੇ ਵੀ ਆ, ਕੱਪੜੇ ਵੇਚਣੇ ਵੀ ਆ, ਅਤੇ ਇਹਨੂੰ ਕਿਵੇਂ ਅਸੀਂ ਉਹ ਕਹਿੰਦੇ ਕਰੀਏ, ਕਿਉਂਕਿ ਫਿਲਹਾਲ ਉਹ ਕੁਛ ਨਹੀਂ ਕਰਦੇ ਇਹਦੇ ਵਾਸਤੇ। ਸੇਮ ਥਿੰਗ ਹੈ ਜੀ। ਤੁਸੀਂ ਆਪਣਾ ਟਰੈਕ ਕਰੋ ਕਿ ਤੁਹਾਡੀ ਇਨਕਮ ਕਿੰਨੀ ਹੋ ਰਹੀ ਹੈ, ਅਤੇ ਤੁਸੀਂ ਕਿੰਨੇ ਪੈਸੇ ਲੈ ਰਹੇ ਹੈਗੇ ਹੋ, ਨਾਮ ਲਿਖੋ, ਉਹਨਾਂ ਦਾ ਡੇਟ ਲਿਖੋ, ਕਿੰਨੇ ਪੈਸੇ ਤੁਹਾਨੂੰ ਕੋਲ ਮਿਲਦੇ ਪਏ ਨੇ, ਉਹਨੂੰ ਸਾਰੀ ਇੱਕ ਲਿਸਟ ਬਣਾਓ, ਉਹਦੇ ਅਗੇਂਸਟ ਆਪਣਾ ਖਰਚਾ ਪਾਓ ਕਿ ਤੇਰੀ ਮਸ਼ੀਨ ਜਿਹੜੀ ਹੈਗੀ ਹੈ, ਮਸ਼ੀਨ ਤੁਸੀਂ ਆਇਲ ਯੂਜ਼ ਕੀਤਾ ਹੈ, ਮਸ਼ੀਨ ਖਰੀਦੀ ਹੈ, ਮਸ਼ੀਨ ਦੀ ਰਿਪੇਅਰ ਕਰਾਈ ਹੈ, ਉਹਦਾ ਖਰਚਾ ਪਾਓ ਉਹਦੇ ਉੱਤੇ, ਅਤੇ ਸਾਲ ਦੇ ਐਂਡ ਵਿੱਚ ਉਹਨੂੰ ਪਲੱਸ ਮਾਈਨਸ ਕਰਕੇ ਉਹਦੇ ਉੱਤੇ ਟੈਕਸ ਪੇ ਕਰੋ, ਉਹਦੇ 'ਤੇ ਟੈਕਸ ਪੇ ਕਰੋ। ਬਿਲਕੁਲ। ਯੈਸ। ਇੱਕ ਹੋਰ ਇਹ ਵੀ ਇੰਟਰਸਟਿੰਗ ਹੀ ਹੈ ਜੀ, ਉਹ ਕਹਿੰਦੇ ਕਿ ਮੇਰੇ ਕੋਲ 4 ਗੋਲਡ ਬਾਰਸ ਨੇ ਜਿਹੜੀਆਂ ਮੈਂ ਕੈਸ਼ ਖਰੀਦੀਆਂ, ਡੂ ਆਈ ਨੀਡ ਟੂ ਰਿਪੋਰਟ ਵਾਈਲ ਫਾਈਲਿੰਗ ਟੈਕਸਿਸ? ਗੋਲਡ ਬਾਰ ਨੂੰ ਬਾਏ ਕਰਨ ਦੇ ਉੱਤੇ ਅਗਰ ਤੁਸੀਂ ਕੈਨੇਡਾ 'ਚ ਬਾਏ ਕੀਤੀਆਂ, ਮੈਂ ਅਜ਼ਿਊਮ ਕਰਦਾ ਕੈਨੇਡਾ ਵਿੱਚ, ਬਾਹਰੋਂ ਨਹੀਂ ਕੀਤੀਆਂ ਹੈਗੀਆਂ ਉਹਨਾਂ ਨੇ, ਕੋਈ ਰਿਪੋਰਟਿੰਗ ਨਹੀਂ ਹੈ ਜੀ। ਕੋਈ ਰਿਪੋਰਟਿੰਗ ਦੀ ਲੋੜ ਨਹੀਂ ਹੈ। ਗੋਲਡ ਬਾਰ ਵੇਚਣ ਦੇ ਉੱਤੇ ਡੈਫੀਨੇਟਲੀ ਰਿਪੋਰਟਿੰਗ ਹੈਗੀ ਹੈ। ਅੱਛਾ, ਖਰੀਦਣ 'ਤੇ ਕੋਈ ਨਹੀਂ ਹੈ, ਜੇ ਵੇਚੀ ਤਾਂ ਫਿਰ ਰਿਪੋਰਟ ਕਰਨੀ ਪਵੇਗੀ। ਬਿਲਕੁਲ। ਪਿਛਲਾ ਸਾਲ ਕਾਫੀ ਬਿਜ਼ੀ ਰੱਖਿਆ ਜੀ ਉਹਨਾਂ ਨੂੰ, ਜਿਊਲਰਸ ਕਾਫੀ ਬਿਜ਼ੀ ਰਹੇ ਨੇ ਪਿਛਲੇ ਸਾਲ ਦੇ। ਹਾਂਜੀ, ਹੁਣ ਉਹ ਰੇਟ ਘਟ ਗਿਆ ਸੋ ਯੈਸ ਜੀ। ਅਤੇ ਜਿਹੜਾ ਕੋਈ ਵਿਅਕਤੀ ਸਾਈਡ ਹਸਲ ਸਟਾਰਟ ਕਰਨ ਦੀ ਸੋਚ ਰਿਹਾ ਹੈ, ਸਾਈਡ ਬਿਜ਼ਨਸ ਕੋਈ ਕਰਨ ਦੀ ਸੋਚ ਰਹੇ ਨੇ, ਤੁਸੀਂ ਉਹਨਾਂ ਵਾਸਤੇ ਕਿਹੜੀ ਟੈਕਸ ਐਡਵਾਈਸ ਦਿਓਗੇ ਉਹਨਾਂ ਨੂੰ, ਕਿ ਇਸ ਤੋਂ ਪਹਿਲਾਂ ਕਿ ਉਹ ਪਹਿਲਾ $1 ਅਰਨ ਕਰਨ ਉਹਨਾਂ ਨੂੰ ਪਤਾ ਹੋਵੇ?
ਪਹਿਲਾ ਕੰਮ ਜੀ ਰੈਕਡ ਮੈਨੇਜਮੈਂਟ, ਆਪਣਾ ਰਿਕਾਰਡਸ ਜਿਹੜੇ ਹੈਗੇ ਪ੍ਰੋਪਰ ਰੱਖੋ। ਸ਼ੁਰੂਆਤ ਉੱਥੋਂ ਕਰੋ ਜੀ ਕਿ ਹਾਂਜੀ ਇੱਕ ਪਲੈਨਿੰਗ ਕਰੋ ਕਿ ਹਾਂਜੀ ਤੁਸੀਂ ਕੀ ਉਹ ਜਿਹੜਾ ਕਰ ਰਹੇ ਹੋ ਤੁਸੀਂ। ਕਈ ਲੋਕ ਆਫ ਕੋਰਸ ਸੋਚਦੇ ਨੇ ਕਿ ਮੈਂ ਟਰਾਈ ਮਾਰ ਰਿਹਾ ਵਾਂ ਕਿ ਦੇਖਦਾ ਵਾਂ ਕੀ ਹੁੰਦਾ ਹੈਗਾ ਵਾ, ਲੇਕਿਨ ਅਗਰ ਟਰਾਈ ਵੀ ਤੁਸੀਂ ਕਰਦੇ ਪਏ ਹੋ ਨਾ, ਪਲੀਜ਼ ਰਿਕਾਰਡਸ ਰੱਖੋ, ਕਿਉਂਕਿ ਇਟਸ ਨਾਟ ਅਬਾਊਟ ਦ ਬਿਜ਼ਨਸ ਇਨਕਮ ਓਨਲੀ, ਬਿਜ਼ਨਸ ਲਾਸ ਇਜ਼ ਆਲਸੋ ਡਿਡਕਟੇਬਲ। ਸੋ ਸਪੋਜ਼ ਕਰੋ ਕਿ ਤੁਸੀਂ ਕੁਝ ਸਾਈਡ ਹਸਲ ਕਰਨ ਦੀ ਕੋਸ਼ਿਸ਼ ਕੀਤੀ, ਲਾਈਕ ਆਪਣਾ ਘਰੋਂ ਕੰਮ ਸ਼ੁਰੂ ਕੀਤਾ, ਤੁਸੀਂ ਉਬਰ ਕੀਤਾ, ਕੁਝ ਵੀ ਕੀਤਾ ਵੈ, ਸ਼ੁਰੂ ਕੀਤਾ, ਸਕਿਪ ਦ ਡਿਸ਼ਿਸ ਵੀ ਕੀਤਾ ਹੈਗਾ ਵੈ, ਤੁਸੀਂ ਉਹਦੇ 'ਤੇ ਸਪੋਜ਼ ਕਰੋ ਕਿ ਸ਼ੁਰੂ ਕੀਤਾ, ਉਹਦੇ 'ਤੇ ਖਰਚਾ ਕੀਤਾ, ਕਾਰ ਖਰੀਦੀ, ਕਾਰ ਦੀ ਰਿਪੇਅਰ ਕਰਾਈ, ਕਾਰ ਦੀ ਨਵੀਂ ਇੰਸ਼ੋਰੈਂਸ ਦਿੱਤੀ, ਕਰਾ ਕੇ ਤੁਹਾਡਾ ਖਰਚਾ ਹੋ ਗਿਆ $1000। ਇਨਕਮ ਹੋਈ ਨਹੀਂ, ਰੱਬ ਨਾ ਕਿਤੇ ਇਨਕਮ ਹੋਈ ਸਾਈ $400-500। ਹੁਣ ਤਾਂ ਨੁਕਸਾਨ ਹੋ ਗਿਆ $600 ਦਾ ਨਾ ਜੀ। ਉਹ $600 ਵੀ ਤੁਹਾਨੂੰ ਐਕਚੁਅਲੀ ਟੈਕਸ ਬਚਾਉਂਦਾ ਵੈ, ਉਹ ਲਾਸ ਵੀ ਤੁਹਾਨੂੰ ਟੈਕਸ ਬਚਾਉਂਦੀ ਹੈਗੀ ਹੈ। ਇਟਸ ਨਾਟ ਕਿ ਇਨਕਮ ਹੀ ਇਕੱਲੀ ਹੈਗੀ ਹੈ। ਸੋ ਪਹਿਲੀ ਜ਼ਰੂਰਤ ਮੈਂ ਇਹ ਕਹਾਂਗਾ ਕਿ ਰਿਕਾਰਡਸ ਜਿਹੜੇ ਹੈਗੇ ਨਾ ਪ੍ਰੋਪਰ ਰੱਖੋ, ਸ਼ੁਰੂਆਤ ਉੱਥੋਂ ਕਰੋ ਤੁਸੀਂ ਆਪਣਾ। ਯੈਸ। ਦੂਸਰੀ ਚੀਜ਼ ਆਉਂਦੀ ਹੈ, ਡਿਪੈਂਡ ਕਰਦਾ ਤੁਸੀਂ ਕਿੰਨਾ ਕੁ ਜ਼ਿਆਦਾ ਕਰਨਾ ਚਾਹੁੰਦੇ ਹੈਗੇ ਹੋ। ਅਗਰ ਸਪੋਜ਼ ਤੁਸੀਂ ਸ਼ਾਰਟ ਟਰਮ ਰੈਂਟਲ ਕਰ ਰਹੇ ਹੋ ਆਪਣੀ, ਕਿ ਏਅਰਬੀਐਨਬੀ ਕਰ ਲਈ ਆਪਣੀ ਬੇਸਮੈਂਟ ਦੇ ਉੱਤੋਂ ਨਾ, ਹੋ ਸਕਦਾ ਹੈ ਕਿ ਮੈਂ ਆਨਲਾਈਨ ਤੋਂ ਕੁਝ ਕਰ ਰਿਹਾ ਵਾਂ, ਸ਼ੌਕੀਨ ਨਾਲ ਕਰ ਰਿਹਾ ਹੈਗਾ ਵਾ। ਡਿਪੈਂਡ ਕਰਦਾ ਤੁਹਾਡਾ ਕਿੰਨਾ ਵੋਲਿਊਮ ਹੋ ਰਿਹਾ ਵਾ, ਤੁਸੀਂ 500 ਦਾ ਕੰਮ ਕਰਨਾ ਹੈ, 5000 ਦਾ ਕਰਨਾ ਹੈ, 50000 ਦਾ ਕੰਮ ਕਰਨਾ ਹੈ। ਟਾਕ ਟੂ ਸਮਬਡੀ। ਅਗਰ ਤੁਸੀਂ ਹਾਇਰ ਲੈਵਲ 'ਤੇ ਕਰ ਰਹੇ ਹੋ ਨਾ, ਸਪੈਸ਼ਲੀ ਅਗਰ 50000 ਦਾ ਕੰਮ ਕਰ ਰਹੇ ਹੋ, 30000 ਦਾ ਕੰਮ ਕਰ ਰਹੇ ਹੋ, ਕਿਸੇ ਅਕਾਊਂਟੈਂਟ ਨਾਲ ਗੱਲ ਕਰੋ, ਸਲਾਹ ਲਵੋ, ਸ਼ਾਇਦ ਤੁਹਾਨੂੰ ਉਸ ਜਿਹੜੀ ਸਲਾਹ ਦੇ ਨਾਲ ਨਾ ਬੜੇ ਹੀ ਤੁਹਾਨੂੰ ਟੈਕਸ ਬਚ ਜਾਣਗੇ ਉਸ ਚੀਜ਼ ਦੇ। ਫਾਈਨਲੀ ਛੁਪਾਓ ਨਾ ਜੀ, ਟਾਈਮ ਬਦਲ ਗਏ ਨੇ ਜੀ। ਹੁਣ ਜਿਹੜਾ ਹੈਗਾ ਵੇ ਆਪਣਾ ਆਨਲਾਈਨ ਜਿਹੜਾ ਅਸੀਂ ਵਰਡ ਕਹਿੰਦੇ ਆ, ਉਹ ਹੁਣ ਬੰਦਾ ਹੀ ਆਨਲਾਈਨ ਹੈ ਜੀ, ਰਿਕਾਰਡ ਆਨਲਾਈਨ ਨਹੀਂ ਹੈਗੇ। ਸੋ ਇਨਫੋਰਮੇਸ਼ਨ ਲੱਭਣੀ ਕਿਸੇ ਵਾਸਤੇ ਬਹੁਤ ਈਜ਼ੀ ਹੋ ਗਈ। ਉਹ ਕਹਿੰਦੇ ਜੀ ਕਿ ਸਮਾਲ ਬਿਜ਼ਨਸ ਘਰ ਤੋਂ ਓਪਨ ਕੀਤਾ, ਇਨਐਕਟਿਵ ਹੈ ਲੌਂਗ ਟਾਈਮ ਤੋਂ, CRA ਨੇ ਇਸ ਨੂੰ ਡਿਸੋਲਵ ਕਰ ਦਿੱਤਾ, ਕੀ ਸਾਨੂੰ ਆਪਣੇ ਐਂਡ ਤੋਂ ਵੀ ਇਸ ਨੂੰ ਖਤਮ ਕਰਨਾ ਪਵੇਗਾ? CRA ਨੇ ਡਿਸੋਲਵ ਨਹੀਂ ਕੀਤਾ ਹੋਏਗਾ ਜੀ, ਸ਼ਾਇਦ ਮੈਂ ਕਿਹਾ ਕਾਰਪੋਰੇਸ਼ਨ ਦੀ ਉਹ ਗੱਲ ਕਰਦੇ ਪਏ ਨੇ, ਅਲਬਰਟਾ ਰਜਿਸਟਰੀਜ਼ ਨੇ ਡਿਸੋਲਵ ਕੀਤਾ ਹੋਏਗਾ। ਅੱਛਾ ਜੀ। ਸੋ ਅਗਰ ਉਹ ਡਿਸੋਲਵ ਨਹੀਂ, ਵਰਡ ਕਹਿੰਦਾ ਸਟਰਕ, ਮਤਲਬ ਰਜਿਸਟਰ ਤੋਂ ਸਟਰਕ ਕਰ ਦਿੱਤਾ, ਕਾਟਾ ਮਾਰਤਾ ਉਹਦੇ ਤੇ। ਯਾ ਉਹ ਸਟਰਕ ਹੋ ਚੁੱਕਾ ਹੈ ਜੀ, ਮੀਨਸ, ਲੇਕਿਨ ਉਹਦੀਆਂ ਜਿਹੜੀਆਂ ਫਾਈਲਿੰਗਸ ਹੈਗੀਆਂ, ਕੰਪਲਾਇੰਸ ਹੈਗੀ ਹੈ, ਉਹ ਸਟਿਲ ਪੈਂਡਿੰਗ ਹੈ। ਸੋ ਸਟਰਕ ਹੋ ਗਈ ਮਤਲਬ ਕੰਪਨੀ ਚਲੇ ਗਈ ਹੈ, ਖਤਮ ਹੋ ਗਈ ਹੈ, ਹੁਣ ਕੁਛ ਨਹੀਂ ਹੈਗਾ। ਸੋ ਸ਼ਾਇਦ ਅਲਬਰਟਾ ਰਜਿਸਟਰੀ ਤੋਂ ਤੁਸੀਂ ਕੁਛ ਨਹੀਂ ਕਰਨਾ, ਲੇਕਿਨ CRA ਵਾਲੇ ਪਾਸੇ ਤੁਹਾਨੂੰ ਸਟਿਲ ਫਾਈਲਿੰਗਸ ਜਿਹੜੀ ਹੈਗੀਆਂ ਉਹ ਜ਼ਰੂਰੀ ਨੇ। ਉਹ ਕਹਿੰਦੇ ਜੀ ਸਕਿਪ ਦੀ ਡਿਸ਼ ਤੋਂ ਮੈਂ ਸਿਰਫ $100 ਕਮਾਇਆ ਹੁਣ ਤੱਕ, ਡੂ ਆਈ ਨੀਡ ਟੂ ਰਿਪੋਰਟ? ਯੈਸ, ਆਨਸਰ ਯੈਸ ਜੀ। ਯੈਸ, ਰਿਪੋਰਟ ਕਰਨਾ ਪਵੇਗਾ ਜੀ। ਵਾਹ ਜੀ ਵਾਹ। ਬਲਾਟ ਸਾਹਿਬ ਤੁਹਾਡਾ ਬਹੁਤ ਧੰਨਵਾਦ। ਫਾਈਨਲ ਵਰਡਸ? ਮੇਰੇ ਇੱਕੋ ਹੀ ਫਾਈਨਲ ਵਰਡ ਹੈ ਜੀ ਕਿ ਹੁਣ ਤੱਕ ਨਾ ਅਸੀਂ ਪਿੱਛੇ ਛੁਪੇ ਰਹੇ ਹਾਂ ਇਸ ਵਰਡ ਦੇ, ਕੈਸ਼ ਦੇ ਪਿੱਛੇ, ਜਾਂ ਈ ਟ੍ਰਾਂਸਫਰ ਹੈ, ਜਾਂ ਚਲੋ ਆਪਣਾ ਆਪਸ ਦੇ ਵਿੱਚ ਹੀ ਹੈਗਾ ਵੈ। ਵਕਤ ਬਦਲ ਗਿਆ ਜੀ, ਥੋੜ੍ਹਾ ਜਿਹਾ ਖਿਆਲ ਰੱਖੋ। ਸਪੈਸ਼ਲੀ ਪਿਛਲੇ ਸਾਲ ਜਨਵਰੀ 2025 ਤੋਂ ਜਿੰਨੇ ਵੀ ਸਾਡੇ ਆਨਲਾਈਨ ਪਲੇਟਫਾਰਮਸ ਹੈਗੇ ਨਾ, ਸਪੈਸ਼ਲੀ ਤੇ ਨਾਮ ਜਿਹੜੇ ਲਿੱਤੇ ਹੈਗੇ ਨੇ, ਚਾਹੇ ਉਹ YouTube ਹੈ, eBay ਹੈ, ਮਾਰਕੀਟ ਪਲੇਸ ਹੈ, Etsy ਹੈ, Uber ਹੈ, ਸਕਿਪ ਦ ਡਿਸ਼ਿਜ਼ ਹੈ, ਆਪਣੀ ਕ੍ਰਿਪਟੋ ਹੈ, ਇਹ ਸਾਰੇ ਰਿਪੋਰਟ ਕਰ ਰਹੇ ਨੇ ਗਵਰਨਮੈਂਟ ਨੂੰ। ਇਹਨਾਂ ਦੀ ਰਿਕੁਆਇਰਮੈਂਟ ਹੈ, ਤੁਸੀਂ ਜਦੋਂ ਰਜਿਸਟਰ ਕੀਤਾ ਸੀ ਨਾ ਆਪਣਾ, ਤੁਸੀਂ ਆਪਣਾ ਨਾਮ ਦਿੱਤਾ ਹੋਏਗਾ, ਡੇਟ ਆਫ ਬਰਥ ਦਿੱਤੀ ਹੋਏਗੀ, ਸੋਸ਼ਲ ਨੰਬਰ ਦਿੱਤਾ ਹੋਏਗਾ, ਉਹ ਇਨਫੋਰਮੇਸ਼ਨ CRA ਕੋਲ ਆਲਰੇਡੀ ਪਹੁੰਚ ਚੁੱਕੀ ਹੈ ਜੀ। ਤੁਸੀਂ $100 ਸਕਿਪ ਤੋਂ ਕਮਾਏ ਨੇ, ਲੇਕਿਨ ਉਹ 16 ਤੁਸੀਂ ਨਹੀਂ ਵੀ ਡਿਕਲੇਅਰ ਕੀਤੇ, ਉਹਨਾਂ ਦੇ ਕੋਲ ਪਤਾ ਹੈ ਕਿ ਤੁਹਾਡੇ 16 ਕਮਾਏ ਨੇ। ਯੈਸ। ਸੋ ਪਲੀਜ਼ ਜਿਹੜਾ ਹੁਣ ਥੋੜ੍ਹਾ ਜਿਹਾ ਖਿਆਲ ਰੱਖੋ ਕਿ ਜਿਹੜੇ ਸਾਲ ਦੇ ਵਿੱਚ ਇੱਕ ਵਾਰੀ ਪੈਸੇ ਕਮਾਏ ਨੇ, ਉਹਨਾਂ ਨੂੰ ਭੁੱਲੋ ਨਾ, ਕਿਉਂਕਿ ਪੈਨਲਟੀਜ਼ ਬਹੁਤ ਲਾਰਜ ਹੈ ਜੀ। ਸੋ ਉਸ $100 ਦੇ ਉੱਤੇ ਸ਼ਾਇਦ ਟੈਕਸ ਤੁਹਾਨੂੰ $10 ਹੀ ਪਵੇਗਾ, ਲੇਕਿਨ ਪੈਨਲਟੀਜ਼ $50 ਦੀ ਪੈ ਜਾਂਦੀਆਂ ਜੀ। ਬਿਲਕੁਲ। ਪਲੀਜ਼ ਖਿਆਲ ਰੱਖੋ। ਪ੍ਰਧਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ ਫॉर। ਥੈਂਕ ਯੂ ਰਿਸ਼ੀ ਜੀ, ਥੈਂਕ ਯੂ ਫॉर ਹੈਵਿੰਗ ਮੀ ਜੀ।